ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ, ਬੜੇ ਪਿਆਰ ਨਾਲ ਦੋਨਾਂ ਭਰਾਵਾਂ ਨੇ ਕੀਰਤਨ ਕੀਤਾ ਜੀ। ਏਦਾਂ ਹੋਣਾ ਚਾਹੀਦਾ ਜੀ ਘਰ ਦੇ ਵਿੱਚ, ਹਨਾ। ਜੇ ਅਸੀਂ ਦੋ ਭੈਣ ਭਰਾ ਹੈਗੇ ਆ, ਜੇ ਭੈਣ ਕੀਰਤਨ ਕਰੇ ਭਰਾ ਤਬਲਾ ਵਜਾਵੇ, ਜੇ ਭਰਾ ਕੀਰਤਨ ਕਰੇ ਤੇ ਭੈਣ ਤਬਲਾ ਵਜਾਵੇ, ਯਾਨੀ ਸਾਨੂੰ ਸਾਰੇ ਸਾਥ ਆਣੇ ਚਾਹੀਦੇ ਨੇ। ਕੱਲ ਨੂੰ ਮੰਨ ਲਓ ਹੁਣ ਜੇ ਕਵੇ ਭੈਣ ਕਵੇ ਮੈਂ ਤਾਂ ਲੜਕੀ ਆ, ਮੈਂ ਨਹੀਂ ਤਬਲਾ ਕਰਦੀ, ਜੇ ਕੱਲ ਨੂੰ ਭਰਾ ਨੇ ਸ਼ਬਦ ਪੜ੍ਹਨਾ ਹੋਇਆ ਉਹਦੇ ਨਾਲ ਤਬਲਾ ਕੌਣ ਵਜਾਏਗਾ? ਸੋ ਜ਼ਰੂਰ ਅਸੀਂ ਸਾਰੇ ਜਿੱਥੇ ਕੀਰਤਨ ਸਿੱਖੀਏ ਉੱਥੇ ਨਾਲ ਨਾਲ ਤਬਲਾ ਵੀ ਜ਼ਰੂਰ ਸਿੱਖੀਏ। ਭਾਵੇਂ ਚਲੋ ਅਸੀਂ ਬਹੁਤ ਵਧੀਆ ਨਹੀਂ ਕਰ ਸਕਾਂਗੇ, ਪਰ ਘੱਟੋ ਘੱਟ ਆਪਣੇ ਜੋਗਾ ਤਾਂ ਕਰਾਂਗੇ ਨਾ। ਤੇ ਕੱਲ ਨੂੰ ਅਸੀਂ ਆਪ ਕੀਰਤਨ ਕਰਨ ਦਾ ਮਨ ਕਰੇ, ਅਸੀਂ ਵਾਜਾ ਤਬਲਾ ਚੱਕੀਏ ਤੇ ਜ਼ਰੂਰ ਉਸ ਤੋਂ ਬਾਅਦ ਕੀ ਕਰੀਏ ਜੀ, ਫਿਰ ਉਹਨੂੰ ਕੀਰਤਨ ਕਰੀਏ। ਔਰ ਸਾਰੇ ਘਰਾਂ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰੀਏ ਕਿ ਆਪਣੇ ਘਰ ਦੇ ਵਿੱਚ ਵਾਜਾ ਤਬਲਾ ਜ਼ਰੂਰ ਰੱਖੀਏ। ਜਦੋਂ ਆਪਾਂ ਪੈਸੇ ਇਕੱਠੇ ਕਰਦੇ ਆ ਨਾ, ਆਪਣੇ ਸਾਰੇ ਕਈ ਦੇਖੇ ਹੁੰਦੇ ਆਪਣੇ ਪਿਗੀ ਬੈਂਕ ਲਗਾਏ ਹੁੰਦੇ, ਬੁਗੜੀਆਂ ਲਗਾਈਆਂ ਹੁੰਦੀਆਂ, ਤੇ ਉਹ ਇਕੱਠੇ ਕਰਕੇ ਕੀ ਕਰਦੇ ਆ, ਅਸੀਂ ਕੋਈ ਨਾ ਕੋਈ ਗਿਫਟ ਖਰੀਦਦੇ ਆ, ਤੇ ਆਪਣੇ ਲਈ ਵਾਜਾ ਤਬਲਾ ਜ਼ਰੂਰ ਖਰੀਦੀਏ। ਬਹੁਤ ਧੰਨਵਾਦ ਜੀ ਇਹਨਾਂ ਦਾ। ਅੱਜ ਅਸੀਂ ਆਪਣੇ ਪਹਿਲੇ ਸੈਸ਼ਨ ਵੱਲ ਵਧਦੇ ਹਾਂ ਜੀ। ਪਹਿਲਾ ਸੈਸ਼ਨ ਲੈਣਗੇ ਜੀ ਵੀਰ ਪਰਮਜੀਤ ਸਿੰਘ ਜੀ, ਫਿਰੋਜ਼ਪੁਰ ਤੋਂ ਵਾਈਸੀ ਜਿਹੜੇ ਨੇ ਉਹ ਲੈਣਗੇ ਜੀ। ਉਹਨਾਂ ਦਾ ਵਿਸ਼ਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ। ਵੀਰ ਪਰਮਜੀਤ ਸਿੰਘ ਜੀ। ਹਾਂਜੀ ਵੀਰ ਜੀ, ਆਪਣੇ ਮਾਈਕ ਨੂੰ ਅਨਮਿਊਟ ਕਰਨਾ ਜੀ। ਵਾਹਿਗੁਰੂ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਵੀਰ ਜੀ ਆ ਰਹੀ ਹੈ ਜੀ। ਜੇ ਮਾਈਕ ਨੂੰ ਥੋੜਾ ਨੇੜੇ ਕਰ ਲਓ ਫਿਰ ਥੋੜੀ ਹੋਰ ਕਲੀਅਰ ਹੋ ਜਾਏਗੀ। ਠੀਕ ਹੈ ਭੈਣ ਜੀ। ਹਾਂਜੀ ਹੁਣ ਓਕੇ ਹੈ ਜੀ। ਜਿੰਨੇ ਵੀ ਇਸ ਕੈਂਪ ਦੇ ਵਿੱਚ ਜੁੜੇ ਹੋਏ ਵੀਰ ਭੈਣ ਭਰਾ, ਬੱਚੇ, ਟੀਚਰ ਸਹਿਬਾਨ ਅਤੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਦੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਵੀਰ ਨੇ, ਸਾਰਿਆਂ ਨੂੰ ਦਾਸ ਵੱਲੋਂ ਦੁਬਾਰਾ ਫਿਰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਿਧਾਂਤ ਨੂੰ ਸਮਝਣ ਵਾਸਤੇ ਆਪਾਂ ਅੱਜ ਦਾ ਜੋ ਵਿਸ਼ਾ ਲਿਆ ਹੈ, ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ, ਇਹਨੂੰ ਆਪਾਂ ਕੁਝ ਸਮੇਂ ਵਾਸਤੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਭੈਣ ਜੀ ਕਿੰਨਾ ਕੁ ਸਮਾਂ ਸੇਵਾ ਨਿਭਾਉਣੀ ਜੀ? ਵੀਰ ਜੀ ਆਪਣੇ ਕੋਲ ਅੱਧਾ ਘੰਟਾ ਹੈਗਾ ਜੀ। ਉਸ ਤੋਂ ਬਾਅਦ ਆਪਾਂ ਕੁਝ ਕੁ ਬੱਚਿਆਂ ਦੇ ਜਿਹੜੇ ਹੈਂਡ ਰੇਜ਼ ਵੀ ਲਵਾਂਗੇ, ਕਿਉਂਕਿ ਸਭਾਚਾਰ ਹੋਏ ਆ ਤਕਰੀਬਨ 4:45 ਵਜੇ ਤੱਕ, ਜਾਂ ਉਸ ਤੋਂ 5 ਮਿੰਟ ਪਹਿਲਾਂ ਤੱਕ, 4:40 ਤੱਕ। ਓਕੇ ਭੈਣ ਜੀ, ਓਕੇ ਜੀ। ਸੋ ਇਹ ਜਿਤਨਾ ਵੀ ਉਪਰਾਲਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੋ ਰਿਹਾ ਹੈ, ਜਿਹਦੇ ਵਿੱਚ ਵੱਖ-ਵੱਖ ਵਿਦਵਾਨਾਂ ਨੂੰ, ਵੱਖ-ਵੱਖ ਪਰਸਨੈਲਿਟੀਜ਼ ਨੂੰ ਬੁਲਾ ਕੇ ਬੱਚਿਆਂ ਦੇ ਰੂਬਰੂ ਕਰਾਇਆ ਜਾਂਦਾ ਹੈ। ਸਾਡਾ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ। ਸਭ ਤੋਂ ਪਹਿਲਾਂ ਸਾਡੇ ਵਾਸਤੇ ਇਹ ਜ਼ਰੂਰੀ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਬਾਰੇ, ਭਗਤ ਸਾਹਿਬਾਨਾਂ ਬਾਰੇ, ਗੁਰੂ ਸਾਹਿਬ ਬਾਰੇ ਅਤੇ ਕਿਹੜੇ-ਕਿਹੜੇ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਉਹਨਾਂ ਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਜ਼ਿਆਦਾ ਵਿਸਥਾਰ ਦੇ ਨਾਲ ਨਾ ਜਾਵਾਂ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦੇ ਸਿਰਜਣਾ ਦੀ ਗੱਲ ਕਰਦੇ ਹਾਂ, ਜਾਂ ਗੁਰਬਾਣੀ ਜਿਹੜੀ ਆ ਉਹ ਕਿਵੇਂ ਹੋਂਦ ਦੇ ਵਿੱਚ ਆਈ, ਗੁਰੂ ਸਾਹਿਬ ਜੀ ਨੇ ਕਿਹੜੀ ਯਾਤਰਾ ਦੇ ਸਮੇਂ ਕਿੱਥੋਂ ਕਿੰਨੀ ਬਾਣੀ ਇਕੱਤਰ ਕੀਤੀ, ਕਿਹੜੇ ਭਗਤ ਸਾਹਿਬਾਨ ਦੇ ਅੱਗੋਂ ਕਿਹੜੇ ਉਹਨਾਂ ਦੇ ਵਾਰਸ ਸਨ ਜਿਨ੍ਹਾਂ ਦੇ ਕੋਲੋਂ ਬਾਣੀ ਪ੍ਰਾਪਤ ਹੋਈ, ਤਾਂ ਬਹੁਤ ਲੰਮਾ ਵਿਸ਼ਾ ਚਲੇ ਜਾਏਗਾ। ਆਪਾਂ ਇਸ ਨੂੰ ਥੋੜਾ ਜਿਹਾ ਸੰਖੇਪ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਜਿਸ ਨੂੰ ਕਿ ਗੁਰੂ ਸਾਹਿਬਾਨ ਜੀ ਨੇ 31 ਰਾਗਾਂ ਦੇ ਵਿੱਚ ਅੰਕਿਤ ਕੀਤਾ ਹੈ, ਜਿਹਦੇ ਵਿੱਚੋਂ 30 ਰਾਗਾਂ ਦੇ ਵਿੱਚ ਪਹਿਲੇ 5 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ 30 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਬਾਣੀ ਆ। ਪਰ ਇੱਕ 31 ਨੰਬਰ ਰਾਗ ਹੈ ਜਿਸ ਦਾ ਨਾਮ ਹੈ ਰਾਗ ਜੈਜਾਵੰਤੀ, ਜਿਸ ਦੇ ਵਿੱਚ ਕੇਵਲ ਤੇ ਕੇਵਲ 9ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੀ ਬਾਣੀ ਅੰਕਿਤ ਹੈ। ਇਸ ਬਾਣੀ ਦੇ ਰਚੇਤਾ ਨੇ 6 ਗੁਰੂ ਸਾਹਿਬਾਨ, 5 ਪਹਿਲੇ ਤੇ 9ਵੇਂ ਪਾਤਸ਼ਾਹ, 15 ਭਗਤਾਂ, 11 ਭੱਟ ਸਾਹਿਬਾਨਾਂ ਅਤੇ 3 ਗੁਰੂ ਕੇ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਜਿਸ ਨੂੰ 31 ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਵੱਖ-ਵੱਖ ਰਾਗ ਦੀਆਂ ਧੁਨੀਆਂ ਦੇ ਮੁਤਾਬਕ ਗਾਉਣ ਦੀ ਹਦਾਇਤ ਕੀਤੀ।
ਜਿੰਦੇ ਵਿੱਚ 22 ਵਾਰਾਂ ਨੇ ਔਰ ਇਹਨਾਂ ਵਾਰਾਂ ਦੇ ਵਿੱਚ ਹਰ ਵਾਰ ਦੇ ਨਾਲ ਗੁਰੂ ਸਾਹਿਬਾਨ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਲੋਕ ਅੰਕਿਤ ਕੀਤੇ ਗਏ ਹਨ। ਇੱਕ ਬਸੰਤ ਕੀ ਵਾਰ ਔਰ ਇੱਕ ਗੁਰੂ ਕੇ ਸਿੱਖਾਂ ਦੀ ਉਚਾਰਨ ਕੀਤੀ ਹੋਈ ਵਾਰ ਰਾਮਕਲੀ ਦੇ ਵਿੱਚ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਜਿਹੜੀ ਵਾਰ ਹੈ, ਇਹਨਾਂ ਦੇ ਵਿੱਚ ਸ਼ਲੋਕ ਨਹੀਂ ਹੈ। ਬਾਕੀ ਜਿਹੜੀਆਂ 20 ਵਾਰਾਂ ਨੇ ਉਹਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਨਾਲ ਸ਼ਲੋਕ ਅੰਕਿਤ ਕੀਤੇ ਨੇ। ਪਰ ਸਭ ਤੋਂ ਪ੍ਰਮੁੱਖ ਇਹਨਾਂ ਵਾਰਾਂ ਦੇ ਵਿੱਚੋਂ ਇੱਕ ਵਾਰ ਜਿਹਨੂੰ ਅਸੀਂ ਆਸਾ ਦੀ ਵਾਰ ਆਖਦੇ ਹਾਂ, ਹਰ ਰੋਜ਼ ਵੱਡੇ ਜਾਂ ਬਹੁਤ ਵੱਡੇ ਅਸਥਾਨ ਜਿਹੜੇ ਸਾਡੇ ਧਾਰਮਿਕ ਗੁਰਦੁਆਰਾ ਸਾਹਿਬਾਨ ਨੇ, ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀ ਤੋਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਸੋ ਖੈਰ, ਇਸ ਬਾਣੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਦੇ ਸਮੇਂ ਤੇ ਵੱਖ-ਵੱਖ ਜਿਹੜੇ ਭਗਤ ਸਾਹਿਬਾਨ ਸੀ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਬਾਣੀ ਨੂੰ ਇਕੱਤਰ ਕੀਤਾ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿੱਥੇ ਵੀ ਜਾਂਦੇ ਸਨ ਉੱਥੇ ਹੀ ਗੁਰੂ ਸਾਹਿਬ ਜੀ ਜਦੋਂ ਉਪਦੇਸ਼ ਦ੍ਰਿੜ ਕਰਵਾਉਂਦੇ ਸਨ, ਭਾਵੇਂ ਉਹ ਧਾਰਮਿਕ ਆਗੂ ਸੀ, ਸਮੇਂ ਦੇ ਰਾਜਨੀਤਿਕ ਬੰਦੇ ਸਨ, ਚਾਹੇ ਸਮਾਜਿਕ ਲੋਕ ਸਨ, ਜਦੋਂ ਵੀ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਸਿੱਖਿਆ ਦਿੱਤੀ, ਸਮਝਾਇਆ, ਉਦੋਂ ਉਸ ਸਿੱਖਿਆ ਨੂੰ, ਉਸ ਸਿਧਾਂਤ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਰੂਪ ਦੇ ਵਿੱਚ, ਗਾਇਨ ਰੂਪ ਦੇ ਵਿੱਚ ਗਾਇਨ ਕਰਕੇ ਗੁਰੂ ਦੇ ਸ਼ਬਦ ਦੇ ਪ੍ਰਤਾਪ ਦੇ ਵਿੱਚੋਂ, ਗੁਰੂ ਦੇ ਸ਼ਬਦ ਦੇ ਗਿਆਨ ਦੇ ਵਿੱਚੋਂ ਪ੍ਰਗਟ ਹੋਇਆ ਜਿਹੜਾ ਸਿਧਾਂਤ ਹੈ, ਉਸ ਸਿਧਾਂਤ ਦੇ ਨਾਲ ਹੀ ਮਨੁੱਖਤਾ ਦਾ ਭਲਾ ਕੀਤਾ ਹੈ। ਗੁਰੂ ਸਾਹਿਬ ਜੀ ਨੇ ਜਿੱਥੇ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ, ਉੱਥੇ ਗੁਰੂ ਸਾਹਿਬ ਜੀ ਵੱਲੋਂ ਆਪਣੀ ਉਚਾਰਨ ਕੀਤੀ ਹੋਈ ਗੁਰਬਾਣੀ, ਜੋ ਕਿ ਗੁਰੂ ਸਾਹਿਬ ਜੀ ਆਪਣੇ ਨਾਲ ਇੱਕ ਪੋਥੀ ਦੇ ਰੂਪ ਦੇ ਵਿੱਚ ਨਾਲ ਅੰਕਿਤ ਕਰਿਆ ਕਰਦੇ ਸਨ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਅੰਕਿਤ ਕੀਤਾ ਹੈ ਕਿ ਗੁਰੂ ਸਾਹਿਬ ਜੀ ਜਦੋਂ ਮੱਕੇ ਦੇ ਵਿੱਚ ਜਾਂਦੇ ਨੇ ਤੇ ਉੱਥੇ ਵੀ ਗੁਰੂ ਸਾਹਿਬ ਜੀ ਦਾ ਜਦੋਂ ਸਰੂਪ ਉਹਨਾਂ ਨੇ ਬਿਆਨ ਕੀਤਾ ਤੇ ਉਹਨਾਂ ਨੇ ਇੱਕ ਕਿਤਾਬ ਦੀ ਗੱਲ ਕੀਤੀ ਹੈ। ਜਦੋਂ ਕਾਜ਼ੀਆਂ ਨੇ, ਮੁੱਲਾ ਨੇ ਇਹ ਆਖਿਆ ਕਿ ਦੱਸੋ ਤੁਹਾਡੇ ਵਿੱਚ ਮੁਤਾਬਕ ਇਸ ਸੰਸਾਰ ਦੇ ਵਿੱਚ ਕੌਣ ਆਪਣੇ ਧਰਮ ਦੇ ਕਰਕੇ ਵੱਡਾ ਹੈ, ਮੁਸਲਮਾਨ ਵੱਡਾ ਹੈ ਜਾਂ ਹਿੰਦੂ ਵੱਡਾ ਹੈ? ਤੇ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ, ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਈਮਾਨ ਦੀ ਗੱਲ ਪੁੱਛਦੇ ਨੇ, ਪ੍ਰਮਾਤਮਾ ਦੇ ਘਰ ਦੀ ਗੱਲ ਪੁੱਛਦੇ ਨੇ। ਤੇ ਉੱਥੇ ਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਸਮਝਾਈ ਸੀ, ਇਹ ਸਮਝਾਇਆ ਸੀ ਕਿ ਜੇਕਰ ਜੀਵਨ ਦੇ ਅੰਦਰ ਅਮਲ ਨਹੀਂ, ਜੇ ਜੀਵਨ ਦੇ ਅੰਦਰ ਸਿਧਾਂਤ ਨਹੀਂ, ਮਨੁੱਖ ਦਾ ਕਿਰਦਾਰ ਉੱਚਾ ਨਹੀਂ, ਤੇ ਮਨੁੱਖ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਵੀ ਉੱਚੀ ਜਾਤ ਦੇ ਨਾਲ ਸੰਬੰਧ ਰੱਖਦਾ ਹੋਵੇ, ਉਹ ਮਾਇਨੇ ਨਹੀਂ ਰੱਖਦਾ। ਜੇ ਮਨੁੱਖ ਦਾ ਕਿਰਦਾਰ ਉੱਚਾ ਨਹੀਂ ਹੈ ਤਾਂ ਮਨੁੱਖ ਦੀ ਜਾਤ ਕਰਕੇ, ਮਨੁੱਖ ਦੇ ਪਰਿਵਾਰ ਕਰਕੇ ਮਨੁੱਖ ਇਸ ਸੰਸਾਰ ਦੇ ਵਿੱਚ ਉੱਚਾ ਨਹੀਂ ਹੋ ਸਕਦਾ। ਉੱਥੇ ਵੀ ਗੁਰੂ ਸਾਹਿਬ ਜੀ ਦੀ ਜਦੋਂ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਤਾਂ ਉਹ ਕਿਤਾਬ ਦੀ ਗੱਲ ਕੀਤੀ। ਕਿਤਾਬ ਤੋਂ ਭਾਵ ਸੀਗੇ ਪੋਥੀ ਖੋਲ ਕੇ ਗੁਰੂ ਸਾਹਿਬ ਜੀ ਨੇ ਸਿਧਾਂਤ ਦ੍ਰਿੜ ਕਰਵਾਇਆ, ਜਿਸ ਪੋਥੀ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਅੰਕਿਤ ਕਰਿਆ ਕਰਦੇ ਸਨ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਉਚਾਰਨ ਕੀਤੀ ਹੋਈ ਬਾਣੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਤੇ ਉਹ ਭਾਈ ਲਹਿਣਾ ਜੀ ਨੂੰ ਬਾਣੀ ਦੀ ਪੋਥੀ ਸੌਂਪਦੇ ਹਨ। ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਦੇ ਕੇ ਦੂਸਰੇ ਪਾਤਸ਼ਾਹ ਜੀ ਦਾ ਜੋ ਸਿਧਾਂਤ ਸੀ ਜਾਂ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਲਗਾ ਕੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਹਨ। ਇਹ ਜਿਹੜਾ ਸਿਸਟਮ ਸੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਸਾਹਿਬ ਜੀ, ਅੰਗਦ ਸਾਹਿਬ ਜੀ ਤੋਂ ਗੁਰੂ ਅਮਰਦਾਸ ਜੀ, ਅਮਰਦਾਸ ਜੀ ਤੋਂ ਰਾਮਦਾਸ ਜੀ ਔਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਪੋਥੀ ਰੂਪ ਦੇ ਵਿੱਚ ਹੀ ਇਸ ਗੁਰਬਾਣੀ ਨੂੰ ਅੱਗੇ ਤੋਂ ਅੱਗੇ ਗੁਰੂ ਸਾਹਿਬਾਨਾਂ ਨੇ ਸਮੁੱਚੀ ਮਾਨਵਤਾ ਦੇ ਭਲੇ ਦੇ ਵਾਸਤੇ ਇਸ ਨੂੰ ਪ੍ਰਚਾਰਿਆ ਅਤੇ ਪਸਾਰਿਆ। ਪਰ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆਉਂਦਾ ਹੈ, ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸਭਾਏਮਾਨ ਹੁੰਦੇ ਨੇ ਤੇ ਸਮੇਂ ਦੀ ਹਕੂਮਤ ਦੇ ਕੋਲ ਵਿਰੋਧੀਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ, ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੀਆਂ ਬਣਾ ਕੇ ਗੱਲਾਂ ਦੱਸ ਕੇ ਗੁਰੂ ਸਾਹਿਬ ਜੀ ਔਰ ਗੁਰੂ ਘਰ ਦੇ ਨਾਲ ਵਿਰੋਧਤਾ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਕਿ ਜਿੱਥੇ
ਦੁਨਿਆਵੀ ਤੌਰ ਤੇ ਔਰ ਸਮਾਜਿਕ ਤੌਰ ਤੇ ਆਪਣੇ ਭਰਾ ਬਾਬਾ ਪ੍ਰਿਥੀ ਚੰਦ ਦੀ ਵਿਰੋਧਤਾ ਦਾ ਸਾਹਮਣਾ ਗੁਰੂ ਸਾਹਿਬ ਨੂੰ ਕਰਨਾ ਪੈ ਰਿਹਾ ਸੀ, ਉੱਥੇ ਉਹਨਾਂ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਔਰ ਉਹਨਾਂ ਵੱਲੋਂ ਉਚਾਰਨ ਕੀਤੀ ਹੋਈ, ਵੈਸੇ ਤਾਂ ਬਾਣੀ ਕਹਿੰਦੇ ਨੇ ਪਰ ਉਹਨੂੰ ਆਪਾਂ ਕਵਿਤਾ ਆਖਾਂਗੇ, ਉਹਨਾਂ ਵੱਲੋਂ ਉਚਾਰਨ ਕੀਤੀ ਹੋਈ ਕਵਿਤਾ ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦੇ ਕੇ ਉਸ ਨੂੰ ਗੁਰਬਾਣੀ ਸਿੱਧ ਕਰਨ ਦਾ ਇਹ ਕੋਝਾ ਯਤਨ ਕੀਤਾ ਗਿਆ। ਜਿਸ ਵੇਲੇ ਇਸ ਗੱਲ ਦਾ ਪਤਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੱਗਿਆ ਤਾਂ ਉਹਨਾਂ ਨੇ ਆਪਣੇ ਮੁਖੀ ਜਿਹੜੇ ਸਿੱਖ ਸਨ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਅਤੇ ਹੋਰ ਜਿਹੜੇ ਸੂਝਵਾਨ ਗੁਰੂ ਕੇ ਪਿਆਰੇ ਸਿੱਖ ਸਨ, ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਇਸ ਗੁਰਬਾਣੀ ਦੀਆਂ ਪੋਥੀਆਂ ਨੂੰ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਵਿਉਂਤ ਕੀਤੀ ਔਰ ਭਾਈ ਗੁਰਦਾਸ ਜੀ ਲਿਖਾਰੀ ਲੱਗੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਬਾਣੀ ਆਪ ਲਿਖਵਾਈ ਤੇ ਜਿੱਥੇ ਅੱਜ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਰੂਪ ਦੀ ਛਪਾਈ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਸ਼ਹੀਦਾਂ ਦੇ ਨਾਲ, ਉਸ ਜਗ੍ਹਾ ਤੇ ਬੈਠ ਕੇ ਰਾਮਦਾਸ ਸਰੋਵਰ ਦੇ ਕਿਨਾਰੇ ਬੈਠ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਹੈ ਉਸ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਇੱਕ ਗ੍ਰੰਥ ਦਾ ਰੂਪ ਦੇ ਦਿੱਤਾ। ਆਪਾਂ ਹੋਰ ਵਧੇਰੇ ਨਾ ਜਾਈਏ, ਆਪਾਂ ਇਸ ਪਾਸੇ ਵੱਲ ਆਈਏ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਖਜ਼ਾਨਾ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਦਿੱਤਾ, ਉੱਥੇ ਨਾਲ ਹੀ ਸਾਨੂੰ ਇੱਕ ਸਿਧਾਂਤ ਦੇ ਦਿੱਤਾ। ਗੁਰਬਾਣੀ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ ਆਪਾਂ ਹਰ ਰੋਜ਼ ਪੜ੍ਹਦੇ ਸੁਣਦੇ ਹਾਂ। ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿਉਂਕਿ ਆਪਾਂ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਦਾ ਸੰਬੰਧ ਗੁਰਬਾਣੀ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਸਿੱਖ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਕਿਹੋ ਜਿਹਾ ਬਣਿਆ ਹੋਇਆ ਹੈ, ਇਸ ਗੱਲ ਨੂੰ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਸਾਹਿਬ ਜੀ ਨੇ ਜੋ ਸਿਧਾਂਤ ਬਾਣੀ ਦੇ ਵਿੱਚ ਦ੍ਰਿੜ ਕਰਵਾਇਆ ਕਿ ਬਾਣੀ ਹੀ ਗੁਰੂ ਹੈ, ਗੁਰੂ ਬਾਣੀ ਹੈ। ਸ਼ਬਦ ਦਾ ਪ੍ਰਚਾਰ ਕੱਲਾ ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਾਂ ਜਿਹੜੇ ਪਹਿਲੇ ਤਿੰਨ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ, ਉਹਨਾਂ ਨੇ ਕੱਲਾ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਸ਼ੁਰੂਆਤ ਹੀ ਕੀਤੀ ਤੇ ਉਦੋਂ ਹੀ ਇਹ ਗੱਲ ਕਹਿ ਦਿੱਤੀ ਸੀ, ਜਦੋਂ ਸਮੇਤ ਪਰਬਤ ਦੇ ਉੱਪਰ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਵਿਚਾਰ ਕਰਦੇ ਨੇ, ਉਹਨਾਂ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ, ਤਾਂ ਗੁਰੂ ਸਾਹਿਬ ਜੀ ਨੇ ਇਹ ਗੱਲ ਆਖੀ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਗੁਰੂ ਕੋਈ ਦੇਹਧਾਰੀ ਗੁਰੂ ਨਹੀਂ ਹੈ, ਮੇਰਾ ਗੁਰੂ ਕੋਈ ਸਿੱਧ ਸੰਨਿਆਸੀ ਨਹੀਂ। ਭਾਵੇਂ ਇਤਿਹਾਸਕਾਰਾਂ ਨੇ ਜਿਨ੍ਹਾਂ ਨੇ ਗੁਰਮਤਿ ਦੀ ਕਸੌਟੀ ਨੂੰ ਪਾਸੇ ਤੇ ਰੱਖ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੀ ਗੁਰੂ ਦੇ ਬਾਰੇ ਲਿਖਿਆ ਤੇ ਉਹ ਅੱਜ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲ ਜਾਂਦਾ ਹੈ, ਪਰ ਗੁਰੂ ਸਾਹਿਬ ਜੀ ਨੇ ਆਪ ਇਹ ਗੱਲ ਮੋਹਰ ਲਗਾ ਕੇ ਸਾਨੂੰ ਦੱਸ ਦਿੱਤੀ ਕਿ ਮੇਰਾ ਗੁਰੂ ਕੌਣ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਸ਼ਬਦ ਤੋਂ ਭਾਵ ਹੈ ਗਿਆਨ। ਗਿਆਨ ਉਹ ਜੋ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਸਾਨੂੰ ਬਖਸ਼ਿਸ਼ ਕਰ ਦਿੰਦਾ ਹੈ, ਉਹ ਹੈ ਸਤਿਗੁਰੂ ਦੀ ਬਾਣੀ। ਇੱਕ ਗੱਲ ਇੱਥੇ ਹੋਰ ਬੜੀ ਧਿਆਨ ਨਾਲ ਸਮਝਣ ਵਾਲੀ ਬੱਚਿਓ, ਜਿੱਥੇ ਸ਼ਬਦ ਗੁਰੂ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮੇਰਾ ਗੁਰੂ ਜਿਹੜਾ ਹੈ ਉਹ ਹੈ ਸ਼ਬਦ ਭਾਵ ਗਿਆਨ। ਤੇ ਨਾਲ ਹੀ ਇੱਕ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ, ਗੁਰੂ ਸਾਹਿਬ ਜੀ ਨੇ ਆਖਿਆ ਮੇਰਾ ਜਿਹੜਾ ਚੇਲਾ ਹੈ ਉਹ ਕੌਣ ਹੈ, ਸੁਰਤ ਧੁਨ ਚੇਲਾ। ਜੇ ਸ਼ਬਦ ਗੁਰੂ ਹੈ, ਦੇਹਧਾਰੀ ਗੁਰੂ ਨਹੀਂ, ਤਾਂ ਫਿਰ ਬੱਚਿਓ ਇਹ ਵੀ ਗੱਲ ਦਾ ਧਿਆਨ ਰੱਖਣਾ ਕਿ ਸਾਡਾ ਜਿਹੜਾ ਸਰੀਰ ਹੈ ਇਹ ਚੇਲਾ ਨਹੀਂ ਹੈ। ਸਾਡੀ ਸੁਰਤ ਨੇ, ਸਾਡੇ ਮਨ ਨੇ, ਸਾਡੇ ਦਿਮਾਗ ਨੇ, ਸਾਡੀ ਸੋਚ ਨੇ ਚੇਲਾ ਬਣਨਾ ਹੈ। ਕਿਉਂਕਿ ਆਪਾਂ ਜਦੋਂ ਵੀ ਗੱਲ ਕਰਦੇ ਹਾਂ ਇਕੱਲੇ ਲਿਬਾਸ ਦੀ, ਤੇ ਜੇ ਇਕੱਲਾ ਕਹੀਏ ਵੀ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਹਾਂ ਪਰ ਬਾਣੀ ਦੇ ਨਾਲ ਸਾਡਾ ਪਿਆਰ ਕੋਈ ਨਹੀਂ, ਫਿਰ ਵੇਖਣ ਵਾਲਾ ਕਹੇਗਾ ਕਿ ਸਰੀਰ ਸਿੱਖ ਕਿਵੇਂ ਹੋ ਸਕਦਾ ਹੈ। ਸੁਰਤ ਨੂੰ ਸਿੱਖ ਬਣਾਉਣਾ ਹੈ, ਕਿਉਂਕਿ ਇਹ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਦ੍ਰਿੜ ਕਰਵਾਇਆ ਹੈ। ਤੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਬਾਰੇ ਜਦੋਂ ਇਹ ਗੱਲ ਕਹੀ ਕਿ ਗੁਰਬਾਣੀ ਹੀ ਗੁਰੂ ਹੈ, ਉੱਥੇ ਸਾਡੀ ਸੁਰਤ ਨੂੰ ਚੇਲਾ ਆਖਿਆ ਹੈ। ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਚਾਹੇ ਕਿ ਆਪਾਂ ਸਾਰੇ ਹੀ ਸਹਿਜ ਪਾਠ ਦੇ ਨਾਲ ਨਿਤਨੇਮ ਦੇ ਨਾਲ ਜੁੜੇ ਹੋਏ ਹਾਂ,
ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ, ਜਿੰਨੀ ਦੇਰ ਤੱਕ ਅਸੀਂ ਸੁਰਤ ਕਰਕੇ, ਮਨ ਕਰਕੇ, ਹਿਰਦੇ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਨਹੀਂ ਜੁੜਦੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦੇ, ਆਪਣੇ ਐਕਸ਼ਨ ਦੇ ਵਿੱਚ ਗੁਰਬਾਣੀ ਦਾ ਸਿਧਾਂਤ ਨਹੀਂ ਲੈ ਕੇ ਆਉਂਦੇ, ਉਨੀ ਦੇਰ ਤੱਕ ਸਾਡਾ ਜਿਹੜਾ ਜੀਵਨ ਹੈ ਉਹ ਕੇਵਲ ਤੇ ਕੇਵਲ ਵਿਖਾਵਾ ਹੀ ਜਾਪੇਗਾ। ਇਹ ਠੀਕ ਹੈ ਕਿ ਹਰ ਇੱਕ ਮਨੁੱਖ ਦੇ ਵਿੱਚ ਬੜੀਆਂ ਕਮੀਆਂ ਹੁੰਦੀਆਂ ਨੇ, ਹਰ ਇੱਕ ਮਨੁੱਖ ਦੇ ਅੰਦਰ ਕੋਈ ਨਾ ਕੋਈ ਊਣਤਾਈ ਹੁੰਦੀ ਹੈ, ਉਹ ਕੋਈ ਵੀ ਕਿਸੇ ਦੇ ਬਾਰੇ ਦੱਸ ਨਹੀਂ ਸਕਦਾ, ਕਿਉਂਕਿ ਮੇਰੇ ਅੰਦਰ ਕਿੰਨੀਆਂ ਬੁਰਾਈਆਂ ਨੇ ਉਹ ਕੇਵਲ ਤੇ ਕੇਵਲ ਮੈਂ ਜਾਣਦਾ ਹਾਂ। ਹਰ ਇੱਕ ਮਨੁੱਖ ਆਪਣੇ ਆਪਣੇ ਬਾਰੇ ਚੰਗੀ ਤਰ੍ਹਾਂ ਜਾਣਦਾ ਔਰ ਸਮਝਦਾ ਹੈ, ਪਰ ਗੁਰੂ ਸਾਹਿਬ ਜੀ ਨੇ ਹੌਲੀ ਹੌਲੀ ਸਾਡੇ ਜੀਵਨ ਨੂੰ ਗੁਰੂ ਦੇ ਸਿਧਾਂਤ ਮੁਤਾਬਕ ਢਾਲਣ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਸੋ ਆਪਾਂ ਗੱਲ ਕਰ ਰਹੇ ਸੀ ਸ਼ਬਦ ਗੁਰੂ ਜਿੱਥੇ ਸਾਡਾ ਹੈ, ਉੱਥੇ ਸਾਡਾ ਮਨ ਜਿਹੜਾ ਹੈ ਉਹਨੂੰ ਅਸੀਂ ਚੇਲਾ ਬਣਾਉਣਾ ਹੈ, ਭਾਵ ਕਿ ਸਾਡੀ ਸੁਰਤ ਗੁਰੂ ਦੇ ਚਰਨਾਂ ਦੇ ਨਾਲ ਜੁੜੇ। ਤੇ ਜਦੋਂ ਵਾਰ-ਵਾਰ ਸਤਿਗੁਰੂ ਦੀ ਬਾਣੀ ਦੇ ਬਚਨ ਆਪਾਂ ਇਹ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨੰ। ਜਦੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਕੀ ਬਾਣੀ ਹੈ, ਤਾਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਹ ਗੱਲ ਕਿਸੇ ਸੰਸਥਾ ਨੇ ਆਖੀ, ਕਿਸੇ ਮਨੁੱਖ ਨੇ ਆਖੀ, ਕਿਸੇ ਪ੍ਰਚਾਰਕ ਨੇ ਆਖੀ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ? ਨਹੀਂ, ਜਦੋਂ ਬਾਣੀ ਪੜਾਂਗੇ ਸਾਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡਾ ਗੁਰੂ ਹੈ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰ ਗੁਰੂ ਸਹਿਬਾਨ ਨੇ, ਜਿਨ੍ਹਾਂ ਨੇ ਗੁਰਬਾਣੀ ਰਚੀ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਧੁਰ ਦਰਗਾਹ ਤੋਂ ਇਹ ਬਾਣੀ ਉਤਰੀ, ਉਹਨਾਂ ਨੇ ਇਹ ਗੱਲ ਆਪਣੇ ਹੱਥਾਂ ਦੇ ਨਾਲ, ਆਪਣੀ ਕਲਮ ਦੇ ਨਾਲ ਲਿਖ ਦਿੱਤੀ ਕਿ ਬਾਣੀ ਹੀ ਗੁਰੂ ਹੈ। ਜੇ ਕਿਸੇ ਸੰਸਥਾ ਨੇ ਕਹੀ ਹੁੰਦੀ ਤਾਂ ਅਸੀਂ ਇਸ ਗੱਲ ਨੂੰ ਛੱਡ ਸਕਦੇ ਸੀ, ਕਿਸੇ ਸੰਸਥਾ ਦੇ ਨਾਲ ਸਾਡੇ ਮਤਭੇਦ ਹੋ ਸਕਦੇ ਨੇ ਕਿ ਅਸੀਂ ਉਹਨਾਂ ਦੀ ਕਹੀ ਹੋਈ ਗੱਲ ਨੂੰ ਨਹੀਂ ਮੰਨ ਸਕਦੇ, ਅਸੀਂ ਕਹਿ ਸਕਦੇ ਹਾਂ ਇਹ ਤਾਂ ਗੱਲ ਕਿਸੇ ਸੰਸਥਾ ਨੇ ਕਹੀ, ਅਸੀਂ ਇਸ ਗੱਲ ਨੂੰ ਨਹੀਂ ਮੰਨਦੇ। ਪਰ ਇੱਥੇ ਗੱਲ ਹੈ ਗੁਰੂ ਸਾਹਿਬਾਨ ਦੀ। ਗੁਰੂ ਸਾਹਿਬਾਨ ਨੇ ਸਾਨੂੰ ਇਹ ਦ੍ਰਿੜ ਕਰਵਾਇਆ ਹੈ ਕਿ ਜਿਹੜੀ ਬਾਣੀ ਹੈ ਉਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਬਾਣੀ ਹੈ ਇਹ ਕਿਸੇ ਦੀ ਨਹੀਂ, ਇਹ ਧੁਰ ਦਰਗਾਹ ਤੋਂ ਆਈ ਹੋਈ ਬਾਣੀ ਹੈ। ਔਰ ਇਹ ਬਾਣੀ ਨੂੰ ਜਿਵੇਂ ਜਿਵੇਂ ਅਸੀਂ ਆਪਣੇ ਹਿਰਦੇ ਦੇ ਅੰਦਰ ਵਸਾਉਂਦੇ ਜਾਵਾਂਗੇ, ਉਵੇਂ ਉਵੇਂ ਹੀ ਸਾਡੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਜਾਵੇਗਾ। ਇੱਥੋਂ ਤੱਕ ਭਗਤ ਸਾਹਿਬਾਨ ਨੇ ਤਾਂ ਇਹ ਆਖਿਆ, ਭਗਤ ਕਬੀਰ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ। ਭਗਤ ਕਬੀਰ ਜੀ ਕਹਿੰਦੇ ਹਨ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਵੇਕੋ। ਕਹਿੰਦੇ ਮੈਂ ਤਾਂ ਉਸ ਗੁਰੂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤਾ ਹੈ, ਹਿਰਦੇ ਦੇ ਅੰਦਰ ਵਸਾਇਆ ਹੈ, ਜਿਹਦਾ ਨਾਮ ਵਿਵੇਕ ਹੈ, ਜਿਹੜਾ ਨਿਰਲੇਪ ਹੈ, ਜਿਹੜਾ ਸੰਸਾਰ ਦੇ ਅੰਦਰ ਸਮੇਂ ਦੇ ਪ੍ਰਭਾਵ ਤੋਂ ਬਾਹਰੀ ਹੈ। ਸਮੇਂ ਦਾ ਪ੍ਰਭਾਵ ਉਹਦੇ ਤੇ ਨਹੀਂ, ਉਸ ਗੁਰੂ ਦੇ ਸਿਧਾਂਤ ਨੂੰ, ਉਸ ਗੁਰੂ ਦੇ ਉਪਦੇਸ਼ ਨੂੰ ਹੀ ਆਪਣੇ ਜੀਵਨ ਦਾ ਮੈਂ ਆਧਾਰ ਬਣਾਇਆ ਹੋਇਆ ਹੈ। ਪਰ ਇੱਥੇ ਗੱਲ ਇੱਕ ਸਮਝਣ ਵਾਲੀ ਹੈ ਕਿ ਇਹ ਬਾਣੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਇੰਨਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ ਕਿ ਜਿਸ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਰੂਪ ਇੱਕ ਪੋਥੀਆਂ ਦੇ ਰੂਪ ਦੇ ਤੋਂ ਬਦਲ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਿਆ, ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਨੀਵੀਂ ਥਾਂ ਤੇ ਆਪਣਾ ਆਸਣ ਲਾ ਕੇ ਬਿਰਾਜਮਾਨ ਹੁੰਦੇ ਨੇ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ, ਪਾਵਨ ਸਰੂਪ ਨੂੰ ਉੱਚੇ ਪਲੰਘੇ ਤੇ ਬਿਰਾਜਮਾਨ ਕੀਤਾ ਜਾਂਦਾ ਹੈ। ਉਹ ਮਰਜ਼ਾਦਾ ਅੱਜ ਵੀ ਅਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਆਪ ਅੱਜ ਵੀ ਦੇਖ ਸਕਦੇ ਹਾਂ, ਔਰ ਗੁਰੂ ਸਾਹਿਬਾਨ ਦੇ ਸਮੇਂ ਤੋਂ ਇਹ ਮਰਜ਼ਾਦਾ ਚੱਲਦੀ ਆ ਰਹੀ ਹੈ। ਪਰ ਅਫਸੋਸ ਬੱਚਿਓ ਇਹ ਗੱਲ ਤਾਂ ਹੈ ਕਿ ਜਿਹੜਾ ਸ਼ਬਦ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਈ ਸੱਜਣ, ਜਿਹਨੂੰ ਸਮੇਂ ਦੇ ਲੋਕਾਂ ਨੇ ਠੱਗ ਆਖਿਆ ਸੀ, ਜਿਸ ਦੇ ਕੰਮਾਂ ਨੂੰ ਵੇਖ ਕੇ ਲੋਕੀ ਉਸਨੂੰ ਕੁਰਾਈਆ ਕਹਿੰਦੇ ਸਨ, ਜਿਸ ਦੇ ਕੰਮਾਂ ਨੂੰ ਵੇਖ ਕੇ ਲੋਕੀ ਉਹਨਾਂ ਨੂੰ ਭੁੱਲਿਆ ਹੋਇਆ ਕਹਿੰਦੇ ਸਨ, ਪਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿਧਾਂਤ ਦੇ ਨਾਲ, ਗੁਰੂ ਬਚਨਾਂ ਦੇ ਨਾਲ ਸਾਂਝ ਪਈ, ਤਾਂ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇੰਨੀ ਕੁ ਤਬਦੀਲੀ ਲਿਆਂਦੀ ਕਿ ਉਹੀ ਜਿਹਨੂੰ ਲੋਕੀ ਠੱਗ ਆਖਦੇ ਸਨ ਉਹ ਭਾਈ ਸੱਜਣ ਬਣ ਗਿਆ। ਅੱਜ ਬਾਣੀ ਵੀ ਉਹੀ ਹੈ,
ਗੁਰੂ ਦਾ ਸ਼ਬਦ ਵੀ ਉਹੀ ਹੈ, ਪਰ ਸਾਡੇ ਮਨਾਂ ਦੇ ਵਿੱਚ ਉਸ ਗੱਲ ਦਾ, ਉਸ ਗਿਆਨ ਦਾ ਪ੍ਰਭਾਵ ਕਿਉਂ ਨਹੀਂ ਪੈ ਰਿਹਾ? ਇਸ ਦਾ ਕਾਰਨ ਕੀ ਹੈ? ਅਸਲ ਦੇ ਵਿੱਚ ਨਾ ਸਾਨੂੰ ਇੱਕ ਆਦਤ ਪੈ ਗਈ ਅੰਧੇਰੇ ਦੇ ਵਿੱਚ, ਅੰਧਕਾਰ ਦੇ ਵਿੱਚ ਰਹਿਣ ਦੀ। ਕਿਉਂਕਿ ਸਤਿਗੁਰੂ ਦੀ ਬਾਣੀ ਦੇ ਬੋਲ ਹਨ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਭੱਟ ਸਾਹਿਬਾਨਾਂ ਨੇ ਇਹ ਗੱਲ ਆਖੀ ਕਿ ਗੁਰੂ ਤੋਂ ਬਿਨਾਂ ਅੰਧਕਾਰ ਹੈ। ਅੰਧਕਾਰ ਦਾ ਭਾਵ ਹਨੇਰਾ, ਤੇ ਹਨੇਰੇ ਦਾ ਕੰਮ ਹੈ ਭੁਲੇਖੇ ਦੇ ਵਿੱਚ ਪਾਉਣਾ, ਭਰਮ ਦੇ ਵਿੱਚ ਪਾਉਣਾ। ਮੰਨ ਕੇ ਚੱਲੋ, ਜਿਸ ਤਰ੍ਹਾਂ ਇੱਕ ਕਮਰੇ ਦੇ ਵਿੱਚ ਹਨੇਰਾ ਹੋਵੇ, ਘਰ ਦੇ ਵਿੱਚ ਇੱਕ ਬੱਚਾ ਉੱਠਿਆ, ਕਮਰੇ ਦੇ ਵਿੱਚ ਹਨੇਰਾ ਸੀ, ਉਸਨੇ ਦੇਖਿਆ ਕਿ ਜ਼ਮੀਨ ਦੇ ਉੱਪਰ ਕੋਈ ਜੰਤੂ, ਕੋਈ ਜਾਨਵਰ ਹੈ। ਉਹਨੇ ਰੌਲਾ ਪਾ ਕੇ ਦੂਜਿਆਂ ਨੂੰ, ਘਰ ਦੇ ਜੀਆਂ ਨੂੰ ਉਠਾਇਆ ਤੇ ਕਹਿਣ ਲੱਗਾ ਕਿ ਮੈਂ ਹੁਣੇ ਆਪਣੀਆਂ ਅੱਖਾਂ ਦੇ ਨਾਲ ਇੱਥੇ ਸੱਪ ਦੇਖਿਆ ਹੈ। ਜਦੋਂ ਸੱਪ ਦੇਖਿਆ ਤੇ ਹਫੜਾ ਦਫੜੀ ਪੈ ਗਈ, ਇੱਕ ਦੂਜੇ ਨੂੰ ਆਵਾਜ਼ਾਂ ਮਾਰਨ ਲੱਗ ਗਿਆ, ਕੋਈ ਸੋਟਾ ਲੈ ਕੇ ਆਓ, ਕੋਈ ਚਾਨਣ ਦਾ ਪ੍ਰਬੰਧ ਕਰੋ। ਬਜ਼ੁਰਗ ਨੇ ਉੱਠ ਕੇ ਜਦੋਂ ਚਾਨਣ ਪ੍ਰਬੰਧ ਕੀਤਾ ਤੇ ਦੇਖਿਆ ਕਿ ਇਹ ਸੱਪ ਨਹੀਂ, ਸਗੋਂ ਸੱਪ ਦਾ ਭੁਲੇਖਾ ਪਾ ਰਹੀ ਹਨੇਰੇ ਦੇ ਵਿੱਚ ਇੱਕ ਮੋਟੀ ਰੱਸੀ ਸੀ। ਹਨੇਰੇ ਦੇ ਕਰਕੇ ਭੁਲੇਖਾ ਪੈ ਗਿਆ ਕਿ ਇਹ ਸੱਪ ਹੈ। ਤੇ ਜੇ ਹਨੇਰਾ ਇਹ ਭੁਲੇਖਾ ਪਾ ਸਕਦਾ ਹੈ ਕਿ ਉਸ ਹਨੇਰੇ ਦੇ ਵਿੱਚ ਪਈ ਹੋਈ ਰੱਸੀ ਸੱਪ ਜਾਪਦੀ ਏ, ਤੇ ਜੇਕਰ ਹਨੇਰਾ ਉਹਨੂੰ ਦੂਰ ਕਰਨ ਦਾ ਪ੍ਰਬੰਧ ਨਾ ਕੀਤਾ ਜਾਵੇ ਤੇ ਕਈ ਵਾਰ ਸੱਪ ਰੱਸੀ ਵੀ ਦਿਖਾਈ ਦੇ ਦਿੰਦਾ ਹੈ ਅੰਧਕਾਰ ਦੇ ਵਿੱਚ। ਭਾਵ ਇਹ ਕਿ ਹਨੇਰੇ ਦਾ ਕੰਮ ਹੈ ਭੁਲੇਖੇ ਦੇ ਵਿੱਚ ਪਾਉਣਾ, ਭਰਮ ਦੇ ਵਿੱਚ ਪਾਉਣਾ। ਇਸ ਕਰਕੇ ਭੱਟ ਸਾਹਿਬਾਨ ਨੇ ਆਖਿਆ, ਗੁਰ ਬਿਨ ਘੋਰ ਅੰਧਾਰ। ਸਾਡੇ ਜੀਵਨ ਦੇ ਵਿੱਚ ਵੀ ਗੁਰੂ ਤੋਂ ਬਿਨਾਂ ਅੰਧਕਾਰ ਹੈ, ਹਨੇਰਾ ਹੈ। ਗੁਰੂ ਦੇ ਗਿਆਨ ਦੇ ਦੁਆਰਾ ਹੀ ਅਸੀਂ ਇਸ ਹਨੇਰੇ ਨੂੰ ਆਪਣੇ ਜੀਵਨ ਦੇ ਵਿੱਚੋਂ ਖਤਮ ਕਰ ਸਕਦੇ ਹਾਂ। ਸਾਡੇ ਮਨਾਂ ਦੇ ਉੱਪਰ ਗੁਰਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ? ਸਾਡੇ ਜੀਵਨ ਦੇ ਅੰਦਰ ਗੁਰਬਾਣੀ ਕਿਉਂ ਨਹੀਂ ਵਸ ਰਹੀ? ਇੱਕ ਵਾਰ ਇੱਕ ਮਨੁੱਖ ਨੂੰ ਕੈਦ ਹੋ ਗਈ, ਤੇ ਉਸ ਨੂੰ ਕੈਦ ਹੋ ਗਈ ਕਿ ਉਹਨੇ ਇੱਕ ਕਾਲ ਐਸਾ ਕੋਈ ਗੁਨਾਹ ਕੀਤਾ, ਐਸਾ ਉਹਨੇ ਜੀਵਨ ਦੇ ਵਿੱਚ ਪਾਪ ਕੀਤਾ ਕਿ ਜਿਸ ਦੀ ਸਜ਼ਾ ਇਹ ਸੀ ਕਿ ਇਹਦੀ ਜਿੰਨੀ ਵੀ ਸਜ਼ਾ ਇਹਨੂੰ ਮਿਲੀ ਹੈ, 5-10 ਸਾਲ, ਉਹ ਸਾਰੇ ਦਾ ਸਾਰਾ ਸਮਾਂ ਇਹਨੂੰ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਉਸ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਜਿਸ ਕੋਠੜੀ ਦੇ ਵਿੱਚ ਕੇਵਲ ਤੇ ਕੇਵਲ ਥੋੜਾ ਜਿਹਾ ਮੱਧਮ ਜਿਹਾ ਪ੍ਰਕਾਸ਼ ਉਹਦੇ ਸਰੀਰ ਦੀ ਕਿਰਿਆ ਸੋਧਣ ਵਾਸਤੇ, ਉਹਦੇ ਬਸਤਰ ਬਦਲਣ ਵਾਸਤੇ ਤੇ ਉਹਦਾ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਮਿਲ ਸਕੇ। ਪਰ ਉਹਨੇ ਕਈ ਸਾਲ ਤੱਕ ਉਸ ਮਿਲੀ ਹੋਈ ਸਜ਼ਾ ਦੇ ਦੌਰਾਨ ਬਾਹਰ ਦਾ ਨਾ ਉਹਨੇ ਕਦੀ ਚਾਨਣ ਦੇਖਿਆ, ਨਾ ਉਹਨੇ ਕਦੀ ਸੂਰਜ ਦੇ ਦਰਸ਼ਨ ਕੀਤੇ, ਤੇ ਮਨ ਦੇ ਵਿੱਚ ਹਮੇਸ਼ਾ ਹੀ ਇਹ ਸੋਚ ਰੱਖਦਾ ਸੀ ਕਿ ਕਿਹੜੇ ਵੇਲੇ ਮੇਰੀ ਇਹ ਸਜ਼ਾ ਖਤਮ ਹੋਵੇ ਤੇ ਮੈਂ ਬਾਹਰ ਜਾ ਕੇ ਚਾਨਣ ਦੇਖਾਂਗਾ, ਬਾਹਰ ਜਾ ਕੇ ਮੈਂ ਸੂਰਜ ਦੇ ਦਰਸ਼ਨ ਕਰਾਂਗਾ। ਪਰ ਉਹਨੂੰ ਦਰਸ਼ਨ ਨਾ ਹੋਏ। ਪਰ ਜਿਸ ਵੇਲੇ ਉਸ ਦੀ ਸਜ਼ਾ ਖਤਮ ਹੋਈ, ਜਿਸ ਵੇਲੇ ਉਹ ਕੈਦ ਤੋਂ ਬਾਹਰ ਨਿਕਲਿਆ, ਤਾਂ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਕਿ ਉਹ ਮਨੁੱਖ ਜਦੋਂ ਹਨੇਰੇ ਦੇ ਵਿੱਚੋਂ ਨਿਕਲ ਕੇ ਬਾਹਰ ਤੁਰਨ ਲੱਗਾ, ਉਹਦੇ ਸੰਗੀ ਸਾਥੀ ਨਾਲ ਸਨ, ਤੇ ਉਹਨੇ ਇੱਕਦਮ ਆਪਣੀਆਂ ਅੱਖਾਂ ਦੇ ਉੱਪਰ ਹੱਥ ਰੱਖ ਲਿਆ ਤੇ ਰੌਲਾ ਪਾਉਣ ਲੱਗ ਗਿਆ, ਕਹਿਣ ਲੱਗਾ, ਮੇਰੇ ਅੱਖਾਂ ਦੇ ਕੋਲੋਂ ਇੰਨਾ ਜ਼ਿਆਦਾ ਚਾਨਣ ਬਰਦਾਸ਼ਤ ਨਹੀਂ ਹੋ ਰਿਹਾ। ਵਾਪਸ ਪਿੱਛੇ ਹਨੇਰੇ ਵੱਲ ਨੂੰ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ। ਉਹਦੇ ਸਾਥੀਆਂ ਨੇ ਸਮਝਾਇਆ ਕਿ ਇੰਨੇ ਸਾਲ ਹੋ ਗਏ ਨੇ ਤੈਨੂੰ, ਤੂੰ ਹਮੇਸ਼ਾ ਹੀ ਵਿਲਕਦਾ ਰਹਿੰਦਾ ਸੀ ਕਿ ਮੈਨੂੰ ਬਾਹਰ ਕਿਤੇ ਦੁਨਿਆਵੀ ਚਾਨਣ ਦਿਖਾ ਦਿਓ, ਸੂਰਜ ਦਿਖਾ ਦੇਵੋ। ਅੱਜ ਤੇਰੀ ਕੈਦ ਤੋਂ ਤੈਨੂੰ ਆਜ਼ਾਦੀ ਮਿਲ ਗਈ, ਤੂੰ ਆਜ਼ਾਦ ਹੋਇਆ ਏ, ਤੇ ਜਿਹੜਾ ਪ੍ਰਕਾਸ਼ ਤੂੰ ਹਮੇਸ਼ਾ ਹੀ ਲੋਚਦਾ ਸੀ ਪ੍ਰਾਪਤ ਕਰਨ ਵਾਸਤੇ, ਵਿਲਕਦਾ ਰਹਿੰਦਾ ਸੀ, ਅੱਜ ਤੈਨੂੰ ਉਹ ਪ੍ਰਕਾਸ਼ ਪ੍ਰਾਪਤ ਹੋਇਆ ਏ, ਫਿਰ ਤੂੰ ਆਪਣੀਆਂ ਅੱਖਾਂ ਦੇ ਉੱਪਰ ਹੱਥ ਕਿਉਂ ਰੱਖ ਲਏ ਨੇ? ਤੇ ਉਹ ਕਹਿਣ ਲੱਗਾ, ਕਹਿੰਦਾ, ਅਸਲ ਦੇ ਵਿੱਚ ਮੈਨੂੰ ਉਸ ਹਨੇਰੇ ਦੇ ਵਿੱਚ ਰਹਿਣ ਕਰਕੇ ਇੰਨੀ ਕੁ ਆਦਤ ਹਨੇਰੇ ਦੀ ਪੈ ਗਈ ਏ ਕਿ ਮੈਨੂੰ ਹੁਣ ਇਹ ਚਾਨਣ ਜਿਹੜਾ ਹੈ ਉਹ ਮੇਰੀਆਂ ਅੱਖਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਔਰ ਬੱਚਿਓ, ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਵਹਿਮਾਂ, ਭਰਮਾਂ, ਪਖੰਡਾਂ ਦੇ ਵਿੱਚ ਫਸੇ ਹੋਏ। ਅੱਜ ਸਾਡੀ ਸਥਿਤੀ ਵੀ ਇਸ ਤਰ੍ਹਾਂ ਹੀ ਲੱਗ ਰਹੀ ਹੈ ਕਿ ਇਹਨਾਂ ਭਰਮਾਂ, ਪਖੰਡਾਂ ਦੇ ਵਿੱਚ ਫਸੇ ਹੋਏ ਅਸੀਂ ਗੁਰਬਾਣੀ ਦੇ ਚਾਨਣ ਤੋਂ ਕਤਰਾਉਂਦੇ ਹਾਂ।
ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਵਸਣ ਨਹੀਂ ਦਿੰਦੇ। ਸਾਡੀਆਂ ਅੱਖਾਂ ਦੇ ਵਿੱਚ ਗੁਰੂ ਦਾ ਗਿਆਨ ਰੜਕ ਪਾਉਂਦਾ ਹੈ, ਕਿਉਂਕਿ ਗੁਰੂ ਦਾ ਗਿਆਨ ਹੈ ਸੱਚ, ਜਿਹਨੂੰ ਸਤਿਗੁਰੂ ਜੀ ਦੀ ਬਾਣੀ ਨੇ ਆਖਿਆ ਸੀਗਾ, ਗੁਰਬਾਣੀ ਜੇਕਰ ਗੁਰੂ ਦਾ ਰੂਪ ਹੈ ਤੇ ਗੁਰੂ ਸਾਹਿਬ ਜੀ ਦਾ ਸਿਧਾਂਤ ਉਹਨਾਂ ਗੁਰੂ ਸਾਹਿਬਾਨਾਂ ਦੇ ਬਚਨ ਨੇ, ਜਿਨ੍ਹਾਂ ਨੂੰ ਭੱਟ ਸਾਹਿਬਾਨਾਂ ਨੇ ਆਖਿਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਉਸ ਗੁਰੂ ਦੀ ਬਾਣੀ ਹੈ ਜਿਹਨੂੰ ਗੁਰੂ ਸਾਹਿਬਾਨਾਂ ਦੇ ਸਿਧਾਂਤ ਨੂੰ ਦੇਖ ਕੇ ਭੱਟ ਸਾਹਿਬਾਨਾਂ ਨੇ ਆਖਿਆ ਕਿ ਇਹ ਗੁਰੂ ਸਾਹਿਬਾਨ ਜਿਹੜੇ ਨੇ ਉਹ ਨਿਰੰਕਾਰ ਦਾ ਰੂਪ ਨੇ। ਤੇ ਉਹ ਨਿਰੰਕਾਰ ਦਾ ਗਿਆਨ ਜਦੋਂ ਸਾਡੇ ਜੀਵਨ ਦੇ ਅੰਦਰ ਅੰਧਕਾਰ ਹੈ ਤੇ ਉਹ ਸਾਡੇ ਜੀਵਨ ਦੇ ਅੰਦਰ ਵਸਦਾ ਨਹੀਂ। ਸਾਡੇ ਹਿਰਦੇ ਦੇ ਅੰਦਰ ਅੰਧਕਾਰ ਇੰਨਾ ਹੈ ਕਿ ਜਦੋਂ ਅਸੀਂ ਗੁਰਬਾਣੀ ਦੀ ਲੋਹ ਦੇ ਵਿੱਚ ਜਾਂ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਤਾਂ ਬੜੀ ਔਖੀ ਗੱਲ ਹੈ। ਹਰ ਰੋਜ਼ ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹ ਤਾਂ ਬੜਾ ਔਖਾ ਮਾਰਗ ਹੈ। ਪਰ ਬੱਚਿਓ, ਇਹ ਔਖਾ ਮਾਰਗ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਹੀਂ, ਜਿਨ੍ਹਾਂ ਦਾ ਗੁਰੂ ਦੇ ਗਿਆਨ ਦੇ ਨਾਲ ਪਿਆਰ ਬਣ ਗਿਆ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਦੇ ਨਾਲ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ। ਉਹ ਤਾਂ ਫਿਰ ਇਹ ਨਹੀਂ ਕਹਿੰਦੇ ਕਿ ਸਾਨੂੰ ਇਹ ਕਾਰਜ ਕਰਨੇ ਪੈਣਗੇ। ਉਹ ਕਹਿੰਦੇ ਹਨ, ਅਬ ਹਮ ਚਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਉਹ ਆਪਣਾ ਸਾਰਾ ਤਨ ਮਨ ਧਨ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਜਿਨ੍ਹਾਂ ਨੇ ਆਪਣਾ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ, ਉਹ ਫਿਰ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਖੈਰ, ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜੋ ਸੀ ਉਹੀ ਅੱਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਮੇਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਜੋ ਸੀ ਉਹ ਵੀ ਅੱਜ ਹੈ। ਪਰ ਸਾਡੇ ਜੀਵਨ ਦੇ ਅੰਦਰ ਊਣਤਾਈ ਆ ਗਈ, ਸਾਡੇ ਜੀਵਨ ਦੇ ਅੰਦਰ ਖੜੋਤ ਆ ਗਈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਉੱਥੇ ਗੁਰੂ ਦਾ ਕੋਈ ਦੋਸ਼ ਨਹੀਂ ਜਿੱਥੇ ਸਿੱਖਾਂ ਦੇ ਮਨ ਦੇ ਵਿੱਚ ਖੋਟ ਆ ਜਾਵੇ। ਪਾਤਸ਼ਾਹ ਜੀ ਕਹਿੰਦੇ ਹਨ, ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮਹਿ ਚੂਕ, ਅੰਦੁਲੇ ਏਕ ਨਾ ਲਾ ਗਈ, ਜਿਉ ਬਾਂਸ ਬਜਾਈਏ ਫੂਕ। ਅੱਜ ਸਾਡਾ ਵੀ ਉਹੀ ਸਿਧਾਂਤ ਹੈ ਕਿ ਜਿਵੇਂ ਬਾਂਸ ਦੇ ਵਿੱਚ ਫੂਕ ਮਾਰੀ ਜਾਵੇ ਤੇ ਉਹ ਅੰਦਰੋਂ ਖੋਖਲਾ ਹੁੰਦਾ ਹੈ। ਇੱਕ ਪਾਸੇ ਉਹ ਫੂਕ ਮਾਰੋਗੇ, ਦੂਜੇ ਪਾਸੇ ਉਹਦੀ ਹਵਾ ਨਿਕਲ ਜਾਵੇਗੀ। ਪਰ ਜੇ ਉਸੇ ਬਾਂਸ ਦੀ ਸੋਟੀ ਨੂੰ ਇੱਕ ਕਾਰੀਗਰ ਦੇ ਕੋਲ, ਇੱਕ ਸੰਗੀਤ ਦੇ ਨਾਲ ਸੰਬੰਧ ਰੱਖਣ ਵਾਲੇ ਮਨੁੱਖ ਦੇ ਕੋਲ ਆ ਜਾਵੇ ਤੇ ਉਹ ਵੀ ਉਹਦੀ ਬੰਸਰੀ ਬਣਾ ਕੇ ਉਹਦੇ ਵਿੱਚੋਂ ਵੀ ਸੰਗੀਤ ਪੈਦਾ ਕਰ ਦਿੰਦਾ ਹੈ। ਜਿਨ੍ਹਾਂ ਨੂੰ ਗੁਰੂ ਦਾ ਗਿਆਨ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੀ ਜਾਚ ਆ ਜਾਂਦੀ ਹੈ, ਜਿਹੜੇ ਗੁਰੂ ਦੇ ਸ਼ਬਦ ਨੂੰ, ਗੁਰੂ ਕੀ ਬਾਣੀ ਨੂੰ ਪਿਆਰ ਕਰਦੇ ਨੇ, ਉਹ ਤਾਂ ਫਿਰ ਇਸ ਸੰਸਾਰ ਦੇ ਅੰਦਰ ਭਾਵੇਂ ਦੁੱਖ ਆਉਣ ਭਾਵੇਂ ਸੁੱਖ ਆਉਣ, ਉਹਨਾਂ ਦਾ ਮਨ ਕਦੀ ਵੀ ਡੋਲਦਾ ਨਹੀਂ, ਉਹ ਕਦੀ ਵੀ ਢਹਿੰਦੀ ਕਲਾ ਦੇ ਵਿੱਚ ਨਹੀਂ ਜਾਂਦੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਗੁਰੂ ਕੇ ਸਿੱਖਾ, ਇਹ ਬਾਣੀ ਜਿਹੜੀ ਹੈ, ਇਹਨੂੰ ਜਿੰਨੀ ਦੇਰ ਤੱਕ ਤੂੰ ਆਪਣੇ ਮਨ ਦਾ ਸ਼ਿੰਗਾਰ ਨਹੀਂ ਬਣਾਵੇਂਗਾ, ਉਨੀ ਦੇਰ ਤੱਕ ਤੇਰੇ ਜੀਵਨ ਦੇ ਵਿੱਚੋਂ ਅੰਧਕਾਰ ਖਤਮ ਨਹੀਂ ਹੋਣਾ। ਹੁਣ ਇਸ ਤੋਂ ਅਗਲੀ ਗੱਲ, ਗੁਰੂ ਕੇ ਸਿੱਖ ਨੂੰ ਗੁਰੂ ਸਾਹਿਬ ਨੇ ਹਰ ਸਮੇਂ ਹੀ ਅਗਵਾਈ ਦਿੱਤੀ ਹੈ। ਪਾਤਸ਼ਾਹ ਜੀ ਹਰ ਵੇਲੇ ਸਿੱਖ ਦੀ ਅਗਵਾਈ ਕਰਦੇ ਨੇ। ਸਾਡੇ ਜੀਵਨ ਦੇ ਅੰਦਰ ਚਾਹੇ ਦੁੱਖ ਆਉਣ ਚਾਹੇ ਸੁੱਖ ਆਉਣ, ਸਾਡੇ ਘਰ ਦੇ ਵਿੱਚ ਕੋਈ ਆਨੰਦ ਕਾਰਜ ਹੋਵੇ, ਸਾਡੇ ਘਰ ਦੇ ਵਿੱਚ ਕੋਈ ਮਰਗ ਦਾ ਭੋਗ ਹੋਵੇ, ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਵੇ ਜਾਂ ਬੱਚੇ ਦਾ ਜਨਮ ਹੋਵੇ, ਜਦੋਂ ਵੀ ਸਾਡੇ ਘਰ ਦੇ ਵਿੱਚ ਖੁਸ਼ੀ ਗਮੀ ਦਾ ਸਮਾਂ ਆਉਂਦਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਆਸਰਾ ਬਣਾਉਂਦੇ ਹਾਂ। ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਲੀ ਸਾਡੇ ਮਰਗਾਂ ਦੇ ਭੋਗ ਪਾਉਣ ਵਾਸਤੇ ਨਹੀਂ, ਖੁਸ਼ੀ ਗਮੀ ਦੇ ਕਾਰਜ ਜਾਂ ਰਸਮਾਂ ਨਿਭਾਉਣ ਦੇ ਵਾਸਤੇ ਨਹੀਂ ਹੈ। ਇਹ ਠੀਕ ਹੈ ਕਿ ਸਿੱਖ ਗੁਰੂ ਸਾਹਿਬ ਜੀ ਦੇ ਇਸ ਸਿਧਾਂਤ ਦੇ ਨਾਲ ਜੁੜਿਆ ਹੋਇਆ ਗੁਰੂ ਸਾਹਿਬ ਦੀ ਅਗਵਾਈ ਹਰ ਵੇਲੇ ਆਪਣੇ ਦੁੱਖ ਸੁੱਖ ਦੇ ਵਿੱਚ ਲੈਂਦਾ ਹੈ,
ਪਰ ਅਸੀਂ ਕੱਲਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਹੀਂ ਜੁੜੇ ਕਿ ਸਾਡੀ ਰਸਮੋ ਰਿਵਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੇ ਨੇ। ਨਹੀਂ, ਗੁਰੂ ਕਾ ਸਿੱਖ ਬਾਣੀ ਦੇ ਨਾਲ ਤਾਂ ਜੁੜਿਆ ਹੈ ਕਿਉਂਕਿ ਗੁਰੂ ਕੀ ਬਾਣੀ ਸਾਡੇ ਜੀਵਨ ਦਾ ਚਾਨਣ ਮਨਾਰਾ ਹੈ। ਗੁਰੂ ਕੀ ਬਾਣੀ ਸਾਡੇ ਜੀਵਨ ਨੂੰ ਗਿਆਨ ਦੇਣ ਵਾਲੀ ਹੈ। ਗੁਰੂ ਕੀ ਬਾਣੀ ਸਾਡੇ ਅੰਦਰ એનર્ਜੀ ਭਰਨ ਵਾਲੀ ਹੈ, ਉਹ ਤਾਕਤ ਭਰਨ ਵਾਲੀ ਹੈ ਜਿਸ ਤਾਕਤ ਦੇ ਨਾਲ ਅਸੀਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਨਿਰਲੇਪ ਰਹਿ ਸਕਦੇ ਹਾਂ। ਪਰ ਇਹਨੂੰ ਮਤਾਂ ਇਹ ਸਮਝਣਾ ਕਿ ਕਿਉਂਕਿ ਸਾਡੀ ਨਾ ਇੱਕ ਸਮਾਜਿਕ ਧਾਰਨਾ ਬਣੀ ਹੋਈ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਹਾਂ, ਕਈ ਸ਼ਹਿਰਾਂ ਦੇ ਵਿੱਚ ਵੀ ਰਹਿਣ ਵਾਲੇ ਬੱਚੇ ਜਾਂ ਵੀਰ ਜੁੜੇ ਹੋਣਗੇ। ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਇਉਂ ਹੈ ਕਿ ਗੁਰਦੁਆਰਾ ਸਾਹਿਬ ਗਏ, ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰ ਵਾਪਸ ਆ ਗਏ। ਕਿਸੇ ਨੇ ਪੁੱਛਿਆ ਤੁਸੀਂ ਕਿਹਨੂੰ ਮੰਨਦੇ ਹੋ? ਅਸੀਂ ਕਹੀਏ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਅਸੀਂ ਧਾਰਮਿਕ ਕਾਰਜ ਕਰਦੇ ਹਾਂ, ਕੋਈ ਕਵੇ ਕਿ ਤੁਸੀਂ ਕਿਹਨੂੰ ਮੰਨਦੇ ਹੋ? ਸਾਡਾ ਜਵਾਬ ਇਹੀ ਹੋਵੇਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਪਰ ਕੀ ਕੱਲਾ ਸੀਸ ਨਵਾਉਣ ਦੇ ਨਾਲ ਹੀ ਗੁਰੂ ਸਾਹਿਬ ਜੀ ਨੂੰ ਮੰਨਣਾ ਸਾਬਤ ਹੋ ਜਾਂਦਾ ਹੈ? ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜਾ ਸਾਹਿਬ ਨੂੰ ਮੁੱਠੀਆਂ ਭਰਨ ਦੇ ਨਾਲ ਹੀ ਸਾਡਾ ਜਿਹੜਾ ਫਰਜ਼ ਹੈ ਉਹ ਪੂਰਾ ਹੋ ਜਾਂਦਾ ਹੈ? ਨਹੀਂ ਬੱਚਿਓ, ਸਾਡਾ ਫਰਜ਼ ਉਦੋਂ ਪੂਰਾ ਹੁੰਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਲਾਗੂ ਕਰਾਂਗੇ। ਗੁਰਬਾਣੀ ਦਾ ਹਰ ਰੋਜ਼ ਪਾਠ ਕਰੀਏ, ਨਿਤਨੇਮ ਕਰੀਏ, ਸਹਿਜ ਪਾਠ ਕਰੀਏ ਔਰ ਗੁਰੂ ਸਾਹਿਬ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਕਿਉਂਕਿ ਅਸੀਂ ਗੱਲ ਕੋਈ ਬਾਹਰੋਂ ਨਹੀਂ ਲੈਣੀ, ਅਸੀਂ ਗੁਰੂ ਸਾਹਿਬ ਜੀ ਤੋਂ ਪੁੱਛਣਾ ਹੈ ਤੇ ਗੁਰੂ ਸਾਹਿਬ ਜੀ ਸਾਨੂੰ ਇਸ ਗੱਲ ਦਾ ਜਵਾਬ ਦਿੰਦੇ ਨੇ। ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਇੱਕ ਵਚਨ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਹੁਣ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ। ਸਿੱਖ ਸੇਵਕ ਪੂਜਨ ਸਭ ਆਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੇਂ, ਸਾਰੇ ਆਉਂਦੇ ਨੇ। ਸਭ ਗਾਵੇਂ ਹਰ ਹਰ ਉਤਮ ਬਾਣੀ, ਸਾਰੇ ਗੁਰੂ ਦੀ ਬਾਣੀ ਨੂੰ ਗਾਉਂਦੇ ਨੇ। ਪਰ ਅਗਲੀ ਗੱਲ ਪਾਤਸ਼ਾਹ ਜੀ ਕਹਿੰਦੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ। ਗਾਇਆ ਹੋਇਆ ਸੁਣਿਆ ਹੋਇਆ ਪ੍ਰਮਾਤਮਾ ਉਹਨਾਂ ਦਾ ਥਾਂ ਪਾਉਂਦਾ ਹੈ। ਕਿਹਨਾਂ ਦਾ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਗੱਲ ਸਾਰੀ ਆਉਂਦੀ ਹੈ ਮੰਨਣ ਦੀ। ਤੇ ਜੇ ਅਸੀਂ ਮੰਨਿਆ ਹੀ ਨਹੀਂ, ਗੁਰੂ ਨੇ ਆਖਿਆ ਚੋਰੀ ਨਹੀਂ ਕਰਨੀ, ਅਸੀਂ ਚੋਰੀ ਕਰਦੇ ਹਾਂ। ਗੁਰੂ ਨੇ ਆਖਿਆ ਨਸ਼ੇ ਦੀ ਵਰਤੋਂ ਨਹੀਂ ਕਰਨੀ, ਅਸੀਂ ਨਸ਼ੇ ਕਰਦੇ ਹਾਂ। ਗੁਰੂ ਨੇ ਆਖਿਆ ਕਿ ਤੂੰ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਦੇ, ਪਰ ਅਸੀਂ ਫਿਰ ਵੀ ਆਪਣੀ ਮਰਜ਼ੀ ਕਰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਪਾਤਸ਼ਾਹ ਹੈ ਤਾਂ ਇਹ ਸਭ ਕੁਝ ਤੇਰਾ, ਪਰ ਇਹਦੇ ਉੱਪਰ ਕਬਜ਼ਾ ਮੇਰਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਜਿੰਨੀ ਦੇਰ ਤੱਕ ਇਹ ਵਾਲੀ ਤੇਰੀ ਅੰਦਰ ਦੀ ਬਿਰਤੀ ਖਤਮ ਨਹੀਂ ਹੋਵੇਗੀ, ਉਨੀ ਦੇਰ ਤੱਕ ਕਿਵੇਂ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਂਗਾ। ਪਾਤਸ਼ਾਹ ਜੀ ਕਹਿੰਦੇ ਆਇਆ ਹੋਇਆ ਗੁਰਦੁਆਰੇ ਉਹਨਾਂ ਦਾ ਪ੍ਰਵਾਨ, ਗਾਇਆ ਹੋਇਆ ਉਹਨਾਂ ਦਾ ਪ੍ਰਵਾਨ, ਸੁਣਿਆ ਹੋਇਆ ਉਹਨਾਂ ਦਾ ਪ੍ਰਵਾਨ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਿਆ। ਹੁਣ ਇੱਕ ਐਸਾ ਬੱਚਾ ਹੋਵੇ ਜਿਹੜਾ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਆਪਣੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਸੋਹਣੇ ਬਸਤਰਾਂ ਦਾ ਪ੍ਰਬੰਧ ਕਰਕੇ ਦੇਵੇ, ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਕਰਕੇ ਦੇਵੇ, 36 ਪ੍ਰਕਾਰ ਦੇ ਭੋਜਨ ਉਹਨਾਂ ਨੂੰ ਦੇਵੇ। ਪਰ ਜਦੋਂ ਮਾਤਾ ਪਿਤਾ ਕਹਿਣ ਕਿ ਬੇਟਾ ਅਸੀਂ ਤੈਨੂੰ ਆਹ ਗੱਲ ਕਹਿੰਦੇ ਆ ਵੀ ਤੂੰ ਆਪਣੇ ਔਗਣ ਨੂੰ ਛੱਡ ਦੇ, ਇਹ ਤੇਰੇ ਜੀਵਨ ਨੂੰ ਬਰਬਾਦ ਕਰੇਗਾ, ਤੇ ਬੱਚਾ ਅੱਗੋਂ ਆਖੇ ਕਿ ਮੈਂ ਤੁਹਾਨੂੰ ਸੋਹਣੇ ਕੱਪੜੇ ਦੇ ਸਕਦਾ ਹਾਂ, ਤੁਹਾਨੂੰ ਭੋਜਨ ਦੇ ਸਕਦਾ ਹਾਂ, ਤੁਹਾਡੇ ਬਿਸਤਰ ਵਧੀਆ ਪ੍ਰਬੰਧ ਕਰ ਸਕਦਾ ਹਾਂ, ਪਰ ਤੁਹਾਡੀ ਗੱਲ ਨਹੀਂ ਮੰਨ ਸਕਦਾ, ਤੇ ਉਹ ਮਾਤਾ ਪਿਤਾ ਕਹਿਣਗੇ ਸਾਨੂੰ ਤੇਰੀ ਰੋਟੀ ਦੀ ਲੋੜ ਨਹੀਂ, ਅਸੀਂ ਆਪ ਕਮਾਈ ਕਰਕੇ ਖਾ ਲਵਾਂਗੇ। ਸਾਨੂੰ ਤੇਰੇ ਚੰਗੇ ਵਸਤਰਾਂ ਦੀ ਲੋੜ ਨਹੀਂ, ਅਸੀਂ ਆਪ ਕਮਾਈ ਕਰਕੇ ਖਾ ਲਵਾਂਗੇ। ਪਰ ਜੇ ਤੂੰ ਸਾਡੀ ਗੱਲ ਨਹੀਂ ਮੰਨਣੀ ਤਾਂ ਤੂੰ ਸਾਡਾ ਕੁਝ ਵੀ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਬੱਚਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਨਾਲ ਸਾਡੇ ਨਾਲ ਪਿਆਰ ਕਰਦੇ ਨੇ, ਕਿਉਂਕਿ ਪਾਤਸ਼ਾਹ ਜੀ ਸਾਡੇ ਮਾਤਾ ਵੀ ਨੇ, ਸਾਡੇ ਪਿਤਾ ਵੀ ਨੇ, ਸਾਡੇ ਭੈਣ ਭਰਾ ਰਿਸ਼ਤੇਦਾਰ ਸਕੇ ਸੰਬੰਧੀ ਸਭ ਕੁਝ ਸਾਡੇ ਵਾਸਤੇ ਸਾਡਾ ਗੁਰੂ ਆ। ਪਰ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਤਾਂ, ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਬਾਣੀ ਜਿਹੜੀ ਆ
ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ। ਇੱਕ ਪਾਵਨ ਪਵਿੱਤਰ ਬਾਣੀ ਦਾ ਬਚਨ ਮੈਂ ਇੱਥੇ ਲਿਖਿਆ ਸੀਗਾ, ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ। ਸਤਿਗੁਰੂ ਦੀ ਪਾਵਨ ਬਾਣੀ ਦਾ ਇੱਕ ਬਚਨ ਆਉਂਦਾ ਹੈ, ਸਤਿਗੁਰ ਕੀ ਬਾਣੀ ਸਭ ਮਾਹੇ ਸਮਾਣੀ। ਗੁਰੂ ਦੀ ਬਾਣੀ ਜਿਹੜੀ ਆ ਉਹ ਸਭ ਦੇ ਵਿੱਚ ਸਮਾਉਣ ਯੋਗ ਹੈ, ਭਾਵ ਕਿ ਹਿਰਦੇ ਦੇ ਵਿੱਚ ਵਸਣ ਯੋਗ ਹੈ। ਕਈ ਕਹਿੰਦੇ ਨਾ ਮੇਰਾ ਚਿੱਤ ਬਾਣੀ ਦੇ ਵਿੱਚ ਨਹੀਂ ਲੱਗਦਾ, ਮੈਂ ਪਾਠ ਕਰਦਾ ਹਾਂ ਨੀਂਦ ਆਉਣ ਲੱਗ ਜਾਂਦੀ ਆ। ਬੱਚਿਓ, ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਕਰਾਂਗੇ ਉਦੋਂ ਸਾਡਾ ਸੁਭਾਅ ਬਦਲ ਜਾਵੇਗਾ। ਉਦੋਂ ਸਾਨੂੰ ਗੁਰਬਾਣੀ ਪੜ੍ਹਦਿਆਂ ਨੀਂਦ ਨਹੀਂ ਆਏਗੀ, ਉਬਾਸੀਆਂ ਨਹੀਂ ਆਉਣਗੀਆਂ। ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਪਿਆਰ ਕਰਾਂਗੇ। ਜਿਵੇਂ ਕੋਈ ਮੂਵੀ ਆਉਂਦੀ ਹੋਵੇ ਟੀਵੀ ਦੇ ਉੱਪਰ, ਕੋਈ ਸੀਰੀਅਲ ਭੈਣਾਂ ਵੇਖਦੀਆਂ ਨੇ, ਜਦੋਂ ਸੀਰੀਅਲ ਆਵੇ ਫਿਰ ਕੋਈ ਉਹਦੇ ਭਾਵੇਂ ਸਾਹਮਣੇ ਟੀਵੀ ਦੇ 2 ਘੰਟੇ 3 ਘੰਟੇ 4 ਘੰਟੇ ਵੀ ਗੁਜ਼ਰ ਜਾਣ, ਕੋਈ ਥਕਾਵਟ ਨਹੀਂ, ਕਿਉਂਕਿ ਅਸੀਂ ਮਨ ਲਾ ਕੇ ਉਸ ਚੀਜ਼ ਨੂੰ ਦੇਖ ਰਹੇ ਹਾਂ, ਸੁਣ ਰਹੇ ਹਾਂ, ਉਹਨੂੰ ਮਹਿਸੂਸ ਕਰ ਰਹੇ ਹਾਂ। ਪਰ ਜੇ ਇਸੇ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਅਸੀਂ ਅੰਦਰ ਗੁਰਬਾਣੀ ਦਾ ਪਿਆਰ ਪੈਦਾ ਕਰ ਲਈਏ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਬਾਣੀ ਤਾਂ ਇਸ ਤਰ੍ਹਾਂ ਹੈ ਕਿ ਇਹ ਸਾਡੇ ਹਿਰਦੇ ਦੇ ਵਿੱਚ ਵਸਣ ਯੋਗ ਹੈ। ਤੂੰ ਵਸਾ ਕੇ ਤਾਂ ਦੇਖ। ਭਾਈ ਗੁਰਦਾਸ ਜੀ ਦੇ ਉਹ ਬਚਨ ਮੈਨੂੰ ਯਾਦ ਆਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਵਾਰੀ ਗੁਰੂ ਦੇ ਵੱਲ ਚੱਲਣ ਦੀ ਕੋਸ਼ਿਸ਼ ਤਾਂ ਕਰ, ਤੈਨੂੰ ਗੁਰੂ ਸੈਂਕੜੇ ਕਦਮ ਅੱਗੇ ਹੋ ਕੇ ਲੈਣ ਵਾਸਤੇ ਆਏਗਾ। ਪਾਤਸ਼ਾਹ ਜੀ ਬਾਣੀ ਕਹਿੰਦੀ ਹੈ, ਆਪ ਸੁਣੀ ਤੈਂ ਆਪ ਵਖਾਣੀ। ਸਤਿਗੁਰੂ ਜੀ ਨੇ ਅਕਾਲ ਪੁਰਖ ਤੋਂ ਇਹ ਨਿਰਮੋਲਕ ਦਾਤ ਲਈ, ਆਪ ਸੁਣੀ ਤੇ ਆਪ ਹੀ ਉਸ ਨੂੰ ਬਿਆਨ ਕੀਤਾ। ਭਾਵ ਕਿ ਸਾਡੇ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਇੱਕ ਖਜ਼ਾਨਾ ਬਾਣੀ ਦਾ ਰੱਖ ਦਿੱਤਾ। ਪਾਤਸ਼ਾਹ ਜੀ ਕਹਿੰਦੇ ਹਨ, ਇਸ ਗੱਲ ਤੇ ਹੁਣ ਅੱਗੇ ਤਾਂ ਇਹ ਤੇਰੇ ਤੇ ਡਿਪੈਂਡ ਕਰਦਾ ਹੈ, ਤੇਰੇ ਤੇ ਨਿਰਭਰ ਕਰਦਾ ਹੈ ਕਿ ਤੂੰ ਇਸ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਕਿਵੇਂ ਧਾਰਨ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ, ਜਿਨ ਜਿਨ ਜਪੀ, ਜਿਨ੍ਹਾਂ ਜਿਨ੍ਹਾਂ ਨੇ ਇਸ ਬਾਣੀ ਨੂੰ ਜਪਿਆ, ਜਪਣ ਤੋਂ ਭਾਵ ਹੈ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਿਆ, ਗੁਰੂ ਦੇ ਗਿਆਨ ਦੇ ਨਾਲ ਸਾਂਝ ਬਣਾ ਲਈ। ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਜਿਨ੍ਹਾਂ ਨੇ ਇਸ ਬਾਣੀ ਨੂੰ ਜਪਿਆ ਹੈ, ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉਹ ਸਾਰੇ ਦੇ ਸਾਰੇ ਤਰ ਗਏ। ਤਰਨ ਤੋਂ ਭਾਵ ਹੈ ਕਿ ਉਹਨਾਂ ਨੂੰ ਜੀਵਨ ਜਿਉਣ ਦੀ ਜਾਚ ਆ ਗਈ। ਉਹ ਦੁੱਖ ਸੁੱਖ ਦੇ ਵਿੱਚ ਇੱਕ ਬਰਾਬਰ ਉਹਨਾਂ ਨੂੰ ਫਿਰ ਰਹਿਣ ਦੀ ਜਾਚ ਆ ਗਈ। ਪਾਤਸ਼ਾਹ ਜੀ ਕਹਿੰਦੇ, ਤਿੰਨ ਪਾਇਆ ਨਿਹਚਲ ਥਾਨਾ ਹੈ। ਉਹਨਾਂ ਨੂੰ ਨਿਹਚਲ ਦਾ ਭਾਵ ਹੈ ਨਾ ਡੋਲਣ ਵਾਲਾ। ਉਹਨਾਂ ਦਾ ਹਿਰਦਾ ਸਥਿਰ ਹੋ ਗਿਆ। ਕਿਹਨਾਂ ਦਾ? ਜਿਨ ਜਿਨ ਜਪੀ, ਜਿਨ੍ਹਾਂ ਨੇ ਇਸ ਬਾਣੀ ਨੂੰ ਜਪਿਆ, ਇਸ ਖਜ਼ਾਨੇ ਦੇ ਨਾਲ ਜਿਨ੍ਹਾਂ ਨੇ ਸਾਂਝ ਪਾਈ। ਇਸੇ ਕਰਕੇ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ, ਸਾਡੇ ਵਰਗਾ ਤਾਂ ਵੱਡੇ ਭਾਗਾਂ ਵਾਲਾ ਧਨਵੰਤ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਸਾਡੇ ਕੋਲ ਇੱਕ ਖਜ਼ਾਨਾ ਹੀ ਇੰਨਾ ਵੱਡਾ ਹੈ। ਇਹ ਅਫਸੋਸ ਹੈ ਕਿ ਅਸੀਂ ਇਸ ਖਜ਼ਾਨੇ ਨੂੰ ਖੋਲ ਕੇ ਨਹੀਂ ਦੇਖਿਆ। ਅਸੀਂ ਬਾਹਰੋਂ ਇਸ ਨੂੰ ਸੋਹਣੇ ਰਮਾਲੇ ਚੜਾਉਣ ਤੱਕ ਸੀਮਤ ਰਹਿ ਗਏ। ਜਿਵੇਂ ਅੰਕਲ ਜੀ ਸਮਝਾਉਂਦੇ ਹੁੰਦੇ ਆਪਣੇ ਲੈਕਚਰ ਦੇ ਵਿੱਚ ਕਿ ਸਾਡੇ ਗੁਰੂ ਸਾਹਿਬ ਦੇ ਵਾਸਤੇ ਤਾਂ ਹੀਰੇ ਮੋਤੀਆਂ ਦਾ ਬਣਿਆ ਹੋਇਆ ਰਮਾਲਾ ਵੀ ਬਹੁਤ ਘੱਟ ਹੈ, ਉਹਦੀ ਵੀ ਕੋਈ ਪਾਇਆ ਨਹੀਂ। ਅਸੀਂ ਸੋਹਣੇ ਸੋਹਣੇ ਗੁਰੂ ਘਰ ਬਣਾਈਏ, ਸੋਹਣੇ ਰਮਾਲੇ ਗੁਰੂ ਸਾਹਿਬ ਜੀ ਨੂੰ ਭੇਟਾ ਕਰੀਏ, ਪਰ ਸਭ ਤੋਂ ਵੱਡੀ ਜਿਹੜੀ ਦਾਤ ਹੈ, ਸਭ ਤੋਂ ਵੱਡਾ ਜਿਹੜਾ ਸਿਧਾਂਤ ਹੈ, ਉਹ ਇਹ ਹੈ ਕਿ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਈਏ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਚਨ ਆਪ ਜੀ ਦੇ ਨਾਲ ਸਾਂਝਾ ਕਰਕੇ ਮੈਂ ਸਮਾਪਤੀ ਕਰਾਂ। ਪਾਤਸ਼ਾਹ ਜੀ ਕਹਿੰਦੇ ਹਨ, ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਇੰਨੇ ਇਹ ਖਜ਼ਾਨੇ ਨੇ ਕਿ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਹੀਰੇ ਮੋਤੀ ਜਵਾਹਰਾਤ, ਇਹ ਜਿਹੜੇ ਬੇਸ਼ਕੀਮਤੀ ਇਹਦੇ ਚ ਖਜ਼ਾਨਾ ਭਰਿਆ ਪਿਆ ਹੈ। ਭਾਵ ਕਿ ਜਿਹੜੇ ਨਿਰਮੋਲਕ ਗੁਣ ਨੇ ਉਹਨਾਂ ਨੂੰ ਇਹਨਾਂ ਹੀਰਿਆਂ ਮੋਤੀਆਂ ਤੋਂ ਦੇ ਨਾਲ ਵੀ ਨਹੀਂ ਤੋਲਿਆ ਜਾ ਸਕਦਾ, ਜੋ ਦਾਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ। ਪਰ ਅਫਸੋਸ ਕਿ ਅਸੀਂ ਇਸ ਖਜ਼ਾਨੇ ਨੂੰ ਕਦੀ ਖੋਲ ਕੇ ਨਹੀਂ ਦੇਖਿਆ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ, ਸਾਡੇ ਤੇ ਰਹਿਮਤ ਕਰਨ ਕਿ ਸਾਡਾ ਗੁਰਬਾਣੀ ਦੇ ਨਾਲ ਇਸ ਤਰ੍ਹਾਂ ਦਾ ਪਿਆਰ ਬਣ ਜਾਵੇ, ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਇਹੀ ਅਰਦਾਸ ਕਰਿਆ ਕਰੀਏ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
ਪਾਤਸ਼ਾਹ ਜੀ ਸਾਡੇ ਹਿਰਦੇ ਦੇ ਵਿੱਚ ਚਾਹ ਪੈਦਾ ਕਰ ਦੇਣ ਤਾਂ ਸਾਡਾ ਗਾਵਿਆ ਸੁਣਿਆ ਥਾਂ ਪੈ ਸਕਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੜੀਆਂ ਤਰ੍ਹਾਂ ਦੀਆਂ ਭੁੱਲਾਂ ਗੁਰਬਾਣੀ ਦੀਆਂ ਤੁਕਾਂ ਸ਼ਬਦ ਬੋਲਦਿਆਂ ਹੋਇਆਂ ਦਾਸਰੀ ਕੋਲੋਂ ਹੋਈਆਂ ਨੇ, ਉਹਨਾਂ ਵਾਸਤੇ ਮੈਂ ਸਾਰਿਆਂ ਵੀਰਾਂ ਭੈਣਾਂ ਬੱਚਿਆਂ ਪਾਸੋਂ ਖਿਮਾ ਚਾਹੁੰਦਾ ਹਾਂ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਜੀ ਦਾ, ਵੀਰ ਜੀ ਨੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਆਪਣੇ ਜਿਹੜਾ ਵਿਸ਼ਾ ਉਹਨੂੰ ਸਮੇਟਿਆ। ਆਸ ਕਰਦੇ ਹਾਂ ਬੱਚਿਆਂ ਨੇ ਬਹੁਤ ਵਧੀਆ ਇਹਨੂੰ ਸਿੱਖਿਆ ਹੋਏਗਾ, ਇਹਦੇ ਚੋਂ ਗ੍ਰਹਿਣ ਕੀਤਾ ਹੋਏਗਾ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਉਹਦੇ ਚੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਬਣਾ ਸਕਦੇ ਹਾਂ। ਸੋ ਬਹੁਤ ਧੰਨਵਾਦ ਜੀ। ਬਹੁਤ ਸਾਰੇ ਹੈਂਡ ਰੇਜ਼ ਹੋ ਰਹੇ, ਪਰ ਸਮਾਂ ਸੀਮਤ ਹੋਣ ਕਰਕੇ ਅਸੀਂ ਕੁਝ ਕੁ ਹੈਂਡ ਰੇਜ਼ ਲੈ ਸਕਾਂਗੇ ਜੀ। ਸਭ ਤੋਂ ਪਹਿਲਾਂ ਰਾਜਵਿੰਦਰ ਸਿੰਘ, EPP ਨੰਬਰ 15975 ਦੇਵੀਗੜ੍ਹ ਤੋਂ। ਹੈਲੋ, ਹਾਂਜੀ ਰਾਜਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਸੈਸ਼ਨ ਲੱਗਾ, ਜਿੱਦਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੈਸ਼ਨ ਦੇ ਵਿੱਚੋਂ। ਮੇਰਾ ਸਰ ਨੂੰ ਸਵਾਲ ਇਹ ਸੀ ਕਿ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1430 ਅੰਗ ਤੇ ਰਾਗਮਾਲਾ ਬਾਣੀ ਦਰਜ ਹੈ, ਉਹਦੇ ਬਾਰੇ ਕੁਝ ਦੱਸੋ ਸਾਨੂੰ ਕਿ ਉਹ ਬਾਣੀ ਕਦੋਂ ਲਿਖਤ ਵਿੱਚ ਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਤੇ ਇਸ ਬਾਣੀ ਦੇ ਅਸਲ ਲਿਖਾਰੀ ਕੌਣ ਹਨ ਅਤੇ ਕਿਸ ਸਮੇਂ ਇਹ ਲਿਖੀ ਗਈ ਬਾਣੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਬਹੁਤ ਧੰਨਵਾਦ ਜੀ ਪ੍ਰਸ਼ਨ ਪੁੱਛਣ ਦੇ ਲਈ। ਅਸੀਂ ਜ਼ਰੂਰ ਏਦਾਂ ਦੇ ਪ੍ਰਸ਼ਨ ਜਿਹੜੇ ਨੇ ਇੱਕ ਦਿਨ ਇਹਨਾਂ ਦਾ ਸਮਾਂ ਰੱਖਾਂਗੇ ਤਾਂ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾ ਸਕਣ ਜੀ। ਤੁਹਾਡਾ ਪ੍ਰਸ਼ਨ ਨੋਟ ਕਰ ਲਿਆ। ਸੋ ਨੈਕਸਟ ਹੈ ਜੀ EPP ਨੰਬਰ 14180 14181 14180 14181। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਪਰਮਜੀਤ ਸਰ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ। ਮੈਂ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਹਾਂ ਪਰਮਜੀਤ ਸਰ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇੰਨਾ ਜ਼ਿਆਦਾ ਸਮਝਾਇਆ ਤੇ ਇੰਨੀ ਜ਼ਿਆਦਾ ਜਾਣਕਾਰੀ ਦਿੱਤੀ। ਤੇ ਮੈਂ ਅੱਜ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਜੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕੀ ਡਿਫਰੈਂਸ ਆ? ਇਹਨਾਂ ਦੇ ਲਿਖਾਰੀ ਕੌਣ ਨੇ ਜਾਂ ਰਾਈਟਰ? ਮੈਨੂੰ ਇਹਨਾਂ ਬਾਰੇ ਕੋਈ ਨੌਲੇਜ ਨਹੀਂ, ਤਾਂ ਤੁਸੀਂ ਦੱਸ ਦਿਓ ਜੀ। ਬੇਟਾ ਜੀ, ਇਸ ਦੇ ਬਾਰੇ ਜਿਸ ਤਰ੍ਹਾਂ ਜ਼ਿਕਰ ਕੀਤਾ ਸੀਗਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਹੜੀ ਆ, ਉਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਔਰ ਆਪ ਲਿਖਿਆ। ਠੀਕ ਹੈ ਜੀ। 5 ਗੁਰੂ ਸਾਹਿਬਾਨਾਂ ਨੇ ਆਪਣੇ ਹੱਥੀਂ ਇਸ ਗੁਰਬਾਣੀ ਨੂੰ ਪੋਥੀ ਸਾਹਿਬ ਦੇ ਵਿੱਚ ਅੰਕਿਤ ਕੀਤਾ ਹੈ। 9ਵੇਂ ਪਾਤਸ਼ਾਹ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਵੀ ਆਪ ਦਰਜ ਕੀਤੀ ਹੈ ਆਪਣੀ ਬਾਣੀ। ਜਿੰਨੀ ਵੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ, ਚਾਹੇ ਉਹ ਭਗਤ ਸਾਹਿਬਾਨ ਨੇ, ਚਾਹੇ ਭੱਟ ਸਾਹਿਬਾਨ ਨੇ, ਚਾਹੇ ਗੁਰੂ ਕੇ ਸਿੱਖ ਨੇ, ਹਰ ਇੱਕ ਗੁਰੂ ਕੇ ਸਿੱਖਾਂ ਨੇ ਤੇ ਭਗਤ ਸਾਹਿਬਾਨਾਂ ਨੇ, ਭੱਟਾਂ ਨੇ ਇਸ ਬਾਣੀ ਨੂੰ ਆਪਣੇ ਹੱਥੀਂ ਆਪ ਅੰਕਿਤ ਕੀਤਾ ਹੈ। ਪਰ ਇਹਨੂੰ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਜਿਹੜਾ ਹੈ, ਜਿਹੜਾ ਅੱਜ ਸਾਡੇ ਸਾਹਮਣੇ, ਜਿਸ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਪਹਿਲਾਂ ਇਸ ਗੁਰਬਾਣੀ ਨੂੰ ਪੋਥੀ ਦੇ ਰੂਪ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਭਾਈ ਗੁਰਦਾਸ ਜੀ ਲਿਖਾਰੀ ਸਨ ਤੇ ਗੁਰੂ ਅਰਜਨ ਸਾਹਿਬ ਜੀ ਲਿਖਾਉਣ ਵਾਲੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਸਰੂਪ ਹੋਣ ਦੇ ਵਿੱਚ ਆਇਆ। ਉਸ ਤੋਂ ਬਾਅਦ ਦਮਦਮਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਪਾਸੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਜਿਹੜਾ ਅੱਜ ਗ੍ਰੰਥ ਸਾਡੇ ਸਾਹਮਣੇ ਸਰੂਪ ਮੌਜੂਦ ਹੈ, ਇਹ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਵਿੱਚ ਜਿਹੜੀ ਆ ਉਹ ਰਚੀ ਔਰ ਰਚੀ ਹੋਈ ਬਾਣੀ ਜਿਹੜੀ ਆ ਉਹ ਦਰਜ ਕੀਤੀ ਸੀ। ਤੇ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ, ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਣੀ, ਜਿਹੜੇ ਕਿ ਸਿੱਖ ਇਤਿਹਾਸ ਦੇ ਬਹੁਤ ਵੱਡੇ ਇਤਿਹਾਸਕਾਰ ਹੋਏ ਨੇ, ਉਹਨਾਂ ਵੱਲੋਂ ਲਿਖੇ ਗਏ ਗ੍ਰੰਥ ਨੇ, ਜਿਸ ਦੀਆਂ 14 ਪੋਥੀਆਂ ਨੇ, ਜਿਸ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਦਾ ਜਿਹੜਾ ਇਤਿਹਾਸ ਹੈ, ਉਹਨਾਂ ਨੇ ਕਵਿਤਾ ਰੂਪ ਦੇ ਵਿੱਚ ਦਰਜ ਕੀਤਾ ਹੈ। ਸੋ ਇੱਕ ਸਵਾਲ ਬੱਚੇ ਨੇ ਹੋਰ ਵੀ ਕੀਤਾ ਸੀ, ਇਸ ਤੋਂ ਪਹਿਲਾਂ ਜਿਹੜਾ ਭੈਣ ਜੀ ਨੇ ਨੋਟ ਕੀਤਾ, ਮੈਂ ਇੰਨਾ ਕੁ ਜ਼ਰੂਰ ਕਹਿਣਾ ਚਾਹਾਂਗਾ ਕਿ ਬੱਚੇ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋ, ਉਹਦੇ ਵਿੱਚ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਔਰ ਰਾਗਮਾਲਾ ਦੇ ਬਾਰੇ ਇੱਕ ਟੂਕ ਮਾਤਰ ਦਿੱਤਾ ਹੋਇਆ ਵਾ, ਉਹਨੂੰ ਜ਼ਰੂਰ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰੋ। ਹੋ ਸਕਦਾ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਉੱਥੇ ਮਿਲ ਜਾਵੇ। ਬਾਕੀ ਹੋਰ ਵਿਸਤਾਰ ਦੇ ਨਾਲ, ਜਿਸ ਤਰ੍ਹਾਂ ਭੈਣ ਜੀ ਨੇ ਆਪ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ
ਉਹਨਾਂ ਦਾ ਇੱਕ ਸਪੈਸ਼ਲ ਸੈਸ਼ਨ ਹੋਏਗਾ, ਉਹਦੇ ਵਿੱਚ ਤੁਹਾਨੂੰ ਉਸ ਦੇ ਆਨਸਰ ਦਿੱਤੇ ਜਾਣਗੇ। ਹਾਂਜੀ ਭੈਣ ਜੀ। ਹਾਂਜੀ, ਨੈਕਸਟ ਸਟੂडेंट जी, EPP ਨੰਬਰ 15629, 15628 ਤੇ 15627 ਜੀ। ਉਹਨਾਂ ਨੂੰ ਬੇਨਤੀ ਆਪਣੀ ਵੀਡੀਓ ਔਨ ਕਰ ਲੈਣ। 15627, 15628 ਤੇ 15629 ਹਰਦੀਪ ਕੌਰ ਜੀ। ਕੋਸ਼ਿਸ਼ ਕੀਤੀ ਜਾ ਰਹੀ, ਜਿਨ੍ਹਾਂ ਨੇ ਪਹਿਲੀ ਵਾਰੀ ਹੈਂਡ ਰੇਜ਼ ਕੀਤਾ ਉਹਨਾਂ ਨੂੰ ਲਿਆ ਜਾ ਰਿਹਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਸਾਨੂੰ ਅੱਜ ਦਾ ਕੈਂਪ ਲਗਾਇਆ, ਕੈਂਪ ਲਗਾ ਕੇ ਬਹੁਤ ਵਧੀਆ ਲੱਗਾ ਸਾਨੂੰ ਅੱਜ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ, ਆਪਣੀ ਮਾਈਕ ਨੂੰ ਅਨਮਿਊਟ ਕਰੋ। ਹਾਂਜੀ ਹਾਂਜੀ ਹਮਾਰੀ आवाज ਹਾਂਜੀ ਹੁਣ ਆ ਰਹੀ ਹੈ। हेलो ਹਾਂਜੀ ਆ ਰਹੀ ਹੈ ਜੀ, ਦੱਸੋ ਜੀ। ਇਹਨਾਂ ਦਾ ਮਾਈਕ ਫਿਰ ਅਨਮਿਊਟ ਹੋ ਗਿਆ। ਸੋ ਆਪਾਂ ਨੈਕਸਟ ਲੈਣੇ ਆ ਜੀ ਹਰਮਨਪ੍ਰੀਤ ਕੌਰ ਜੀ, ਰਮਨਦੀਪ ਕੌਰ ਜੀ, ਜ਼ੋਨ ਰਾਮਪੁਰਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਸਰ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਅਤੇ ਗੁਰਬਾਣੀ ਦੇ ਬਾਰੇ, ਸਿੱਖਾਂ ਦੇ ਬਾਰੇ ਜਾਣੂ ਕਰਵਾਇਆ। ਜਿੰਨਾ ਚਿਰ ਆਪਾਂ ਗੁਰਬਾਣੀ ਨੂੰ ਖੁਦ ਨਹੀਂ ਪੜ੍ਹਦੇ, ਸਾਨੂੰ ਇਹ ਸਮਝ ਨਹੀਂ ਲੱਗਣੀ ਵੀ ਸਾਡੇ ਗੁਰੂ ਸਾਨੂੰ ਕਹਿ ਕੀ ਰਹੇ ਆ। ਕਿਉਂਕਿ ਜੇਕਰ ਅਸੀਂ ਗੁਰਬਾਣੀ ਨੂੰ ਖੁਦ ਪੜਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਖੁਦ ਪੜਾਂਗੇ, ਤਾਂ ਜਦੋਂ ਸਾਨੂੰ ਗੁਰਬਾਣੀ ਦੀ ਉਹ ਸੋਝੀ ਆ ਜਾਵੇਗੀ। ਜਿਵੇਂ ਮੈਂ ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਇੱਕ ਪਿਤਾ ਨੇ ਆਪਣੇ ਮਰਦੇ ਦਮ ਤੇ ਆਪਣੇ ਪੁੱਤਰਾਂ ਨੂੰ ਇੱਕ ਜਿਹੜਾ ਬਕਸਾ ਉਹ ਭੇਟ ਕੀਤਾ। ਕਹਿੰਦਾ ਪੁੱਤਰੋ ਤੁਸੀਂ ਇਹਨੂੰ ਖੋਲ ਕੇ ਦੇਖੋ, ਤੁਹਾਨੂੰ ਖਜ਼ਾਨਾ ਮਿਲੂਗਾ। ਉਹ ਪੁੱਤਰਾਂ ਨੇ ਇਹਨੂੰ ਬੇਭਾਵ ਇਨਕਾਰ ਕਰ ਦਿੱਤਾ। ਉਹਨਾਂ ਨੇ ਸੋਚਿਆ ਵੀ ਇਹਦੇ ਵਿੱਚ ਕੀ ਹੋਊਗਾ, ਵੀ ਇਹ ਆਪਣੇ ਵਾਂਗ, ਤੇ ਉਹ ਉਸ ਬਕਸੇ ਨੂੰ ਉਸੇ ਤਰ੍ਹਾਂ ਰੱਖ ਦਿੱਤਾ ਤੇ ਉਸਨੂੰ ਸਿਰਫ ਉੱਪਰੋਂ ਸਾਫ਼ ਕਰਦੇ ਰਹੇ ਤੇ ਉਸਨੂੰ ਕਦੇ ਅੰਦਰੋਂ ਖੋਲ ਕੇ ਨਹੀਂ ਦੇਖਿਆ। ਉਸੇ ਤਰ੍ਹਾਂ ਅੱਜ ਸਾਡੀ ਕੰਡੀਸ਼ਨ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਤਾਂ ਬਥੇਰੇ ਟੇਕਦੇ ਹਾਂ, ਪਰ ਕਦੇ ਅੰਦਰੋਂ ਖੋਲ ਕੇ ਨਹੀਂ ਦੇਖਿਆ। ਜੇ ਉਹ ਪੁੱਤਰ ਅੰਦਰੋਂ ਬਕਸੇ ਨੂੰ ਖੋਲ ਲੈਂਦੇ ਤਾਂ ਉਹਨਾਂ ਨੂੰ ਖਜ਼ਾਨਾ ਮਿਲਣਾ ਸੀ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਬਕਸੇ ਨੂੰ ਖੋਲਣਾ ਹੈ ਤੇ ਉਸਦੇ ਵਿੱਚੋਂ ਗੁਰਬਾਣੀ ਰੂਪੀ ਸ਼ਬਦਾਂ ਦਾ ਜਿਹੜਾ ਖਜ਼ਾਨਾ ਲੈਣਾ ਹੈ, ਤਾਂ ਕਿ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਬਣ ਸਕੇ। ਮੈਂ ਇੰਨਾ ਕੀ ਕਹਿਣਾ ਚਾਹੁੰਦੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਬਿਲਕੁਲ ਸਹੀ ਗੱਲ ਹੈ, ਅਸੀਂ ਕੇਵਲ ਮੱਥਾ ਨਹੀਂ ਟੇਕਣਾ, ਗੁਰੂ ਸਾਹਿਬ ਦੀ ਜੋ ਬਾਣੀ ਲਿਖੀ ਹੋਈ ਹੈ ਉਸ ਨੂੰ ਪੜ੍ਹਨਾ ਵੀ ਹੈ, ਸਮਝਣਾ ਵੀ ਹੈ ਤੇ ਕੋਸ਼ਿਸ਼ ਕਰਨੀ ਅੱਗੇ ਵੀ ਅਸੀਂ ਸਾਰਿਆਂ ਨੂੰ ਪ੍ਰਚਾਰ ਕਰਨਾ ਹੈ। ਬਿਲਕੁਲ ਭੈਣ ਜੀ, ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣੀ ਚਾਹਾਂਗੀ। ਜਿਸ ਤਰ੍ਹਾਂ ਬੱਚੇ ਨੇ ਆਖਿਆ ਵਾ, ਇੱਕ ਕਵੀ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਪਿਊਕ। ਉਹਨਾਂ ਨੇ ਬੜੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਨੇ ਇੱਕ ਕੱਬੇ ਤੋਂ ਉਚਾਰਨ ਕੀਤਾ ਸੀ। ਉਹਦੀਆਂ 2 ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਉਹਨਾਂ ਨੇ ਆਪਣੇ ਉਸ ਕਵਿਤ ਦੇ ਵਿੱਚ ਗੱਲ ਕੀਤੀ, ਕਹਿੰਦੇ ਭੋਜਨ ਖਾਏ ਬਿਨ ਜੈਸੇ ਭੁੱਖ ਨਹੀਂ ਦੂਰ ਹੋਤ, ਪਿਆਸ ਨਹੀਂ ਦੂਰ ਹੋਤ ਬਿਨਾ ਪੀਏ ਪਾਣੀ ਕੇ। ਦੂਜੀ ਗੱਲ ਉਹਨਾਂ ਆਖੀ, ਚੜੇ ਬਿਨ ਭਾਨ ਸੇ ਤਿਮਰ ਨਹੀਂ ਦੂਰ ਹੋਤ। ਜਿਵੇਂ ਭੁੱਖ ਸਾਡੀ ਓਨੀ ਦੇਰ ਤੱਕ ਖਤਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਭੋਜਨ ਗ੍ਰਹਿਣ ਨਹੀਂ ਕਰਦੇ। ਪਿਆਸ ਸਾਡੀ ਓਨੀ ਦੇਰ ਤੱਕ ਖਤਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਪਾਣੀ ਨਹੀਂ ਪੀਂਦੇ। ਤੇ ਜਿੰਨੀ ਦੇਰ ਤੱਕ ਸੂਰਜ ਦਾ ਪ੍ਰਕਾਸ਼ ਨਹੀਂ ਹੁੰਦਾ, ਭਾਵ ਸੂਰਜ ਉਦੈ ਨਹੀਂ ਹੁੰਦਾ, ਉਨੀ ਦੇਰ ਤੱਕ ਰਾਤ ਦਾ ਹਨੇਰਾ ਖਤਮ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਅੰਦਰ ਓਨੀ ਦੇਰ ਤੱਕ ਅੰਧਕਾਰ ਖਤਮ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਸਾਡੇ ਜੀਵਨ ਦੇ ਵਿੱਚ ਗੁਰੂ ਦੇ ਗਿਆਨ ਦਾ ਸੂਰਜ ਉਦੈ ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਕਹੀ ਬੱਚੇ ਨੇ ਵੀ ਅਸੀਂ ਬਾਹਰੋਂ ਕੇਵਲ ਸਤਿਕਾਰ ਕਰਨ ਤੱਕ ਹੀ ਸੀਮਤ ਰਹਿ ਗਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਨਾਲ ਬਹੁਤ ਵਿਰਲੇ ਹੀ ਜੁੜੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕੋਈ ਵੀ ਨਹੀਂ ਜੁੜਿਆ, ਬਹੁਤ ਵਿਰਲੇ ਹੀ ਜੁੜੇ ਨੇ, ਔਰ ਜਿਹੜੇ ਜੁੜੇ ਨੇ ਉਹਨਾਂ ਦੇ ਉੱਪਰ ਮਾਲਕ ਦੀ ਬੜੀ ਬਖਸ਼ਿਸ਼ ਹੈ। ਹਾਂਜੀ ਭੈਣ ਜੀ। ਬਹੁਤ ਧੰਨਵਾਦ ਵੀਰ ਜੀ ਦਾ। ਸਮੇਂ ਨੂੰ ਦੇਖਦੇ ਹੋਏ ਅਸੀਂ ਹੋਰ ਹੈਂਡ ਰੇਜ਼ ਨਹੀਂ ਲੈ ਸਕਾਂਗੇ ਜੀ। ਤੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਜੀ, ਤੁਸੀਂ ਬਹੁਤ ਕੁਝ ਸਿੱਖਿਆ ਅੱਜ। ਜ਼ਰੂਰ ਆਪਣੀ ਤੁਸੀਂ ਆਸ ਕਰਦੇ ਹਾਂ ਆਪਣੀ ਕਾਪੀ ਦੇ ਉੱਪਰ ਗਿਆਨ ਗੋਲਕ ਦੇ ਵਿੱਚ ਨੋਟ ਕੀਤਾ ਹੋਏਗਾ, ਤੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਯਾਦ ਕਰੀਏ, ਅਮਲ ਕਰੀਏ, ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ ਤੇ ਹੋਰ ਜਿਹੜੇ ਸਾਡੇ ਆਲੇ ਦੁਆਲੇ ਸਾਡੇ ਭੈਣ ਭਰਾ ਹੈਗੇ ਨੇ ਉਹਨਾਂ ਤੱਕ ਵੀ ਇਹ ਗਿਆਨ ਪਹੁੰਚਾਈਏ। ਸੋ ਸਾਰਿਆਂ ਨੂੰ ਬੇਨਤੀ ਹੈ ਜੀ, ਕੀਰਤਨ ਤੇ ਜਾਪ ਦੀ ਸੇਵਾ ਲਈ ਜਾਂ ਤੁਹਾਡੀ ਕੋਈ ਕੁਐਰੀ ਹੈ ਤਾਂ ਨੰਬਰ ਤੁਹਾਨੂੰ ਸ਼ੇਅਰ ਕਰ ਰਹੇ ਹਾਂ, ਕਿਰਪਾ ਕਰਕੇ ਉਹਨਾਂ ਨੰਬਰਾਂ ਤੇ ਸੰਪਰਕ ਕਰੋ ਜੀ। ਕੁਝ ਬੱਚੇ ਚੈਟ ਵਿੱਚ ਪੁੱਛ ਰਹੇ ਸੀ
ਕਿ ਕੀ ਨੰਬਰ ਹੈ ਵੀ ਅਸੀਂ ਕੀਰਤਨ ਦੀ ਸੇਵਾ ਕਰਨਾ ਚਾਹੁੰਦੇ ਆ ਜਾਂ ਜਾਪ ਦੀ ਸੇਵਾ ਕਰਨਾ ਚਾਹੁੰਦੇ ਆ। ਕਿਰਪਾ ਕਰਕੇ ਜਿਹੜੇ ਵੀ ਬੱਚੇ ਕੈਂਪ ਲਗਾਉਂਦੇ ਨੇ ਘੱਟੋ ਘੱਟ ਇੱਕ ਵਾਰੀ ਜਾਪ ਦੀ ਸੇਵਾ ਕੀਰਤਨ ਦੀ ਸੇਵਾ ਜ਼ਰੂਰ ਕਰੋ ਜੀ। ਸਾਰੇ ਬੱਚੇ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਨੂੰ ਨੋਟ ਵੀ ਕਰ ਸਕਦੇ ਹੈ। ਸੋ ਅੱਜ ਦੇ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਕੱਲ ਨੂੰ ਫਿਰ ਅਸੀਂ 4 ਵਜੇ ਮਿਲਾਂਗੇ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।